ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ
ਤਿਨ ਸੰਤਨ ਕੋ ਬੰਦਨਾ ਸਿਰ ਸਿਰ ਚਰਨਨ ਚਰਨਨ ਪਰ। ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਨਗਰ ਬਠਿੰਡੇ ਮਹਿ ਬਸਹਿ ਇਕ ਦਿਜ ਗੰਗਾ ਰਾਮ। ਲਾਦ ਅੰਨ ਬਹ ਬਾਜਰਾ ਆਏ ਬਨਜ ਕੇ ਕਾਮ। ਨਗਰ ਬਠਿੰਡੇ ਮਹਿ ਬਸਹਿ ਇਕ ਦਿਜ ਗੰਗਾ ਰਾਮ। ਲਾਦ ਅੰਨ ਬਹ ਬਾਜਰਾ ਆਏ ਬਨਜ ਕੇ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ नेचल चौर छतर तख्त के मालिक धन धन साहिब आदि श्री गुरु ग्रंथ साहिब जी महाराज सच्चे सतगुरां दे पावन पवित्र दर्शन परस रही गुरु रूप गुरु खालसा साध संगत जीओ। ਬੇਅੰਤ ਵੱਡੇ ਭਾਗਾਂ ਦੇ ਸਦਕਾ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਔਰ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਨਣੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਪਾਵਨ ਗੁਰੂ ਦਰਬਾਰਾਂ ਅੰਦਰ ਪਿਛਲੇ ਸਮੇਂ ਤੋਂ ਚੱਲ ਰਹੀ ਅੰਮ੍ਰਿਤ ਰੂਪ ਲੜੀਵਾਰ ਗੁਰ ਇਤਿਹਾਸ ਦੀ ਗਾਥਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪ ਜੀ ਨਿਤਾ ਪ੍ਰਤੀ ਹਾਜ਼ਰੀਆਂ ਭਰ ਭਰ ਕੇ ਲੰਮੇਰੇ ਸਮੇਂ ਤੋਂ ਸਤਿਗੁਰਾਂ ਦੇ ਦਰ ਘਰ ਦੀ ਸੋਭਾ ਵਡਿਆਈ ਸਰਵਣ ਕਰਦੇ ਆ ਰਹੇ ਹੋ। ਜਥਾ ਪ੍ਰਸੰਗ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਜੀਵਨ ਵਿੱਚੋਂ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਕਿ ਲਾਹੌਰ ਨਗਰ ਵਿੱਚ ਇੱਕ ਭਾਈ ਬੁੱਧੂ ਜੀ ਨਾਮ ਦਾ ਸਤਿਗੁਰਾਂ ਦਾ ਸਿੱਖ ਰਹਿੰਦਾ ਹੈ। ਸਦਾ ਧਰਮ ਦੀ ਕਿਰਤ ਕਰਨ ਵਾਲਾ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ ਹੈ। ਜਿਵੇਂ ਅੱਜ ਦੇ ਸਮੇਂ ਵਿੱਚ ਇੱਟਾਂ ਪਕਾਉਣ ਵਾਸਤੇ ਪੱਠੇ ਆਦਿਕ ਲੱਗਦੇ ਹੈ, ਪੁਰਾਣੇ ਸਮਿਆਂ ਵਿੱਚ ਆਵੇ ਹੋਇਆ ਕਰਦੇ ਸੀ। ਇੱਟਾਂ ਰੱਖ ਕੇ ਵਿੱਚ ਬਾਲਣ ਪਾ ਕੇ ਉੱਚੀ ਚੋਟੀ ਲਾ ਕੇ ਉੱਤੋਂ ਲਿਪ ਕਰਕੇ ਉਹਨਾਂ ਨੂੰ ਇੱਟਾਂ ਪਕਾਈਆਂ ਜਾਂਦੀਆਂ ਰਹੀਆਂ। ਇਹ ਭਾਈ ਬੁੱਧੂ ਜੀ ਇਹੀ ਇੱਟਾਂ ਦੇ ਆਵੇ ਲਾ ਕਰਕੇ ਇੱਟਾਂ ਪਕਾ ਕੇ ਵੇਚਣ ਦਾ ਕਾਰੋਬਾਰ ਕਰਦੇ ਹੈ। ਹਰ ਵਾਰੀ ਛੋਟੇ ਪੱਧਰ ਤੇ ਕਾਰਜ ਕਰਦੇ ਹੈ, ਪਰ ਇੱਕ ਵਾਰੀ ਮਨ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਇਸ ਵਾਰੀ ਕਾਫੀ ਮਾਤਰਾ ਵਿੱਚ ਇੱਟਾਂ ਪਕਾਈਆਂ ਜਾਣ, ਵੱਡੇ ਪੱਧਰ ਤੇ ਕੰਮ ਵਧਾਇਆ ਜਾਵੇ।
ਸੋਚੀ ਹੈ ਪਰ ਇਹਦੇ ਪਾਸ ਮਾਇਆ ਹੈ ਨਹੀਂ। ਸ਼ਾਹੂਕਾਰਾਂ ਤੋਂ ਵਿਆਜ ਤੇ ਬੇਅੰਤ ਬਹੁਤ ਮਾਇਆ ਉਧਾਰੀ ਪਕੜੀ ਤੇ ਉੱਚੇ ਉੱਚੇ ਢੇਰ ਇੱਟਾਂ ਦੇ ਲਗਾਏ, ਬੜੇ ਵੱਡੇ ਆਵੇ ਲਾਏ। ਤੇ ਮਨ ਵਿੱਚ ਵਿਚਾਰ ਆਇਆ ਵੀ ਸਤਿਗੁਰਾਂ ਦੇ ਚਰਨ ਪਰਸਾਈਏ, ਗਰੀਬ ਨਵਾਜ ਸਤਿਗੁਰਾਂ ਦੇ ਆਸ਼ੀਰਵਾਦ ਲੈ ਆਈਏ, ਫੇਰ ਇਹਨੂੰ ਅੱਗ ਦੇਵਾਂਗੇ। ਮਨ ਵਿੱਚ ਵਿਚਾਰ ਬਣਾ ਕਰਕੇ ਭਾਈ ਬੁੱਧੂ ਜੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਪਹੁੰਚੇ ਹੈ। ਹਜ਼ੂਰ ਦੇ ਦਰਸ਼ਨ ਦੀਦਾਰ ਕੀਤੇ। ਸਿੱਖ ਮੇਵੜੇ ਅਰਦਾਸੀਏ ਪਾਸੋਂ ਬੇਨਤੀ ਕਰਵਾਈ ਕਿ ਮਹਾਰਾਜ ਭਾਈ ਬੁੱਧੂ ਲਾਹੌਰ ਵਾਸੀ ਆਪ ਜੀ ਕੇ ਚਰਨਾਂ ਪਾਸ ਹਾਜ਼ਰੀ ਭਰਦਾ ਹੈ, ਹਜ਼ੂਰ ਕਿਰਪਾ ਕਰੋ ਮਹਾਰਾਜ ਦਾ ਕਾਰੋਬਾਰ ਇੱਟਾਂ ਪਕਾਉਣ ਦਾ ਉਹ ਚੰਗਾ ਨਿਬੜੇ। ਤੇ ਇਹ ਇੱਛਾ ਰੱਖ ਕੇ ਆਇਆ ਵੀ ਮਹਾਰਾਜ ਦਇਆ ਕਰਨ, ਮੇਰਾ ਕੰਮਕਾਰ ਵਧੀਆ ਚੱਲੇ, ਉਹ ਇੱਟਾਂ ਜਿਹੜੀਆਂ ਚੰਗੀਆਂ ਪੱਕ ਜਾਣ, ਵਿਘਨ ਨਾ ਪਵੇ ਕੋਈ। ਅਰਦਾਸ ਸੁਣ ਕੇ ਇਸ ਦੀ ਤੇ ਸਤਿਗੁਰਾਂ ਨੇ ਆਖਿਆ ਭਾਈ ਜ਼ਰੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਖਿਆ ਕਰਨਗੇ। ਤੇ ਇਉਂ ਕਰੀ ਵੀ ਇੱਟਾਂ ਇਹ ਸਾਰਾ ਕੁਝ ਕਾਰਜ ਕਰਨ ਤੋਂ ਪਹਿਲਾਂ ਆਪਦਾ ਸੰਗਤ ਦਾ ਪ੍ਰਸ਼ਾਦਾ ਕਰ, ਗੁਰਸਿੱਖਾਂ ਦੇ ਚਰਨ ਘਰ ਵਿੱਚ ਪਵਾ, ਪ੍ਰਸ਼ਾਦਾ ਪਾਣੀ ਛਕਾ, ਸਿੱਖਾਂ ਦੀ ਸੇਵਾ ਕਰ, ਸਿੱਖਾਂ ਤੋਂ ਅਰਦਾਸ ਕਰਵਾ। ਵਿਚਾਰ ਕੇ ਮਹਾਰਾਜ ਤੋਂ ਇਹ ਸ਼ੁਭ ਸਿੱਖਿਆ ਸੁਣੀ ਤੇ ਭਾਈ ਬੁੱਧੂ ਜੀਆਂ ਨੇ ਲਾਹੌਰ ਨਗਰ ਵਿੱਚ ਸਾਰੇ ਸਿੱਖਾਂ ਨੂੰ ਸੱਦਾ ਭੇਜਿਆ, ਪ੍ਰਸ਼ਾਦਾ ਕੀਤਾ। ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਭਾਈ ਬੁੱਧੂ ਜੀ ਦੇ ਘਰ ਪ੍ਰਸ਼ਾਦਾ ਛਕਣ ਪਹੁੰਚੀਆਂ। ਪਹਿਲਾਂ ਕੀਰਤਨ ਹੋਇਆ, ਪੰਗਤਾਂ ਬਣੀਆਂ, ਪ੍ਰਸ਼ਾਦਾ ਸਿੱਖਾਂ ਸੰਗਤਾਂ ਨੂੰ ਛਕਾਇਆ, ਹੱਥ ਧੁਆਏ ਹੈ। ਤੇ ਜਦੋਂ ਇੱਕ ਸਿੱਖ ਅਰਦਾਸ ਕਰਨ ਲੱਗਿਆ, ਇੱਧਰ ਅਰਦਾਸ ਹੋ ਰਹੀ ਹੈ ਤੇ ਉਹਨਾਂ ਨੂੰ ਇੱਕ ਇਸੇ ਇਲਾਕੇ ਨਗਰ ਦਾ ਭਾਈ ਲੱਖੂ ਨਾਮ ਦਾ ਸਿੱਖ ਹੈ, ਉਹ ਦਰਵਾਜ਼ੇ ਤੇ ਆਣ ਆਵਾਜ਼ਾਂ ਦਿੱਤਾ ਵੀ ਭਾਈ ਬੁੱਧੂ ਮੈਨੂੰ ਵੀ ਪ੍ਰਸ਼ਾਦਾ ਛਕਾ। ਤੇ ਭਾਈ ਬੁੱਧੂ ਜੀ ਕਹਿੰਦੇ ਜੀ ਹੁਣ ਤਾਂ ਅਰਦਾਸ ਵੀ ਹੋਣ ਵਾਲੀ ਹੈ, ਸਭ ਛਕ ਗਏ ਆ, ਤੁਸੀਂ ਲੇਟ ਹੋ ਗਏ ਹੋ, ਦੇਰੀ ਨਾਲ ਆਏ ਹੋ, ਪਹਿਲਾਂ ਆਉਣਾ ਸੀ। ਭਾਈ ਲੱਖੂ ਜੀ ਕਹਿੰਦੇ ਕੋਈ ਨਾ ਹੁਣ ਛਕਾ ਦਿਓ। ਭਾਈ ਬੁੱਧੂ ਜੀ ਨੇ ਨਾ ਕਰ ਦਿੱਤੀ ਵੀ ਹੁਣ ਨਹੀਂ, ਹੁਣ ਤਾਂ ਵਰਤ ਗਿਆ। ਤੇ ਭਾਈ ਲੱਖੂ ਜੀ ਫਿਰ ਇਹੋ ਜਿਹੇ ਸੀਗੇ, ਉਹ ਇੱਧਰ ਸਿੱਖ ਨੇ ਅਰਦਾਸ ਕੀਤੀ ਵੀ ਮਹਾਰਾਜ ਭਾਈ ਬੁੱਧੂ ਜੀ ਦਾ ਆਵਾ ਪੱਕਾ ਨਿਕਲੇ, ਇੱਟਾਂ ਪੱਕੀਆਂ ਨਿਕਲਣ। ਤੇ ਬਾਹਰ ਬੂਹੇ ਤੇ ਖੜਾ ਭਾਈ ਲੱਖੂ ਉੱਚੀ ਉੱਚੀ ਕਹਿੰਦਾ, ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਬੁੱਧੂ ਦਾ ਆਵਾ ਕੱਚਾ, ਇਹਦਾ ਆਵਾ ਕੱਚਾ ਹੀ ਰਹੇ। ਸਿੱਖ ਦਾ ਬਚਨ ਹੋ ਗਿਆ। ਭਾਈ ਬੁੱਧੂ ਨੇ ਗੁੱਸਾ ਕੀਤਾ ਵੀ ਤੂੰ ਨਵਾਂ ਸਿੱਖ ਹੈ, ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਵੀ ਟਾਲਦਾ ਹੈ। ਮਹਾਰਾਜ ਨੇ ਤਾਂ ਆਖਿਆ ਹੈ ਵੀ ਤੇਰਾ ਕਾਰਜ ਵਧੀਆ ਚੱਲੇਗਾ, ਇੱਟਾਂ ਪੱਕੀਆਂ ਹੋਣਗੀਆਂ। ਸਿੱਖਾਂ ਸੰਗਤਾਂ ਵੀ ਅਰਦਾਸ ਕੀਤੀ ਹੈ। ਕਹਿੰਦਾ ਵੇਖ ਲਈ ਭਾਈ ਬੁੱਧੂ, ਮੈਂ ਵੀ ਉਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹਾਂ, ਇੱਟਾਂ ਕੱਚੀਆਂ ਹੀ ਨਿਕਲਣਗੀਆਂ। ਮਨ ਵਿੱਚ ਸੰਸਾ ਪਿਆ। ਜਦੋਂ ਜਾ ਕੇ ਆਵੇ ਦੀ ਮੂਹਰੀ ਖੋਲ੍ਹ ਕੇ ਵੇਖੀ, ਜਿਹੜੀ ਇੱਟ ਨੂੰ ਹੱਥ ਪਾਵੇ ਉਹੀ ਪਿੱਲੀ ਨਿਕਲੇ। ਹੈਰਾਨੀ ਦੀ ਹੱਦ ਨਾ ਰਹੀ ਵੀ ਐਂ ਵੀ ਹੋ ਜਾਂਦਾ ਵੀ ਭਾਈ ਲੱਖੂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਵੀ ਟਾਲ ਦਿੱਤਾ, ਸਿੱਖਾਂ ਸੰਗਤਾਂ ਦਾ ਵੀ ਟਾਲ ਦਿੱਤਾ। ਦੌੜਿਆ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਚਰਨੀ ਪੁੱਜਾ, ਸਾਰੀ ਵਾਰਤਾ ਸੁਣਾਈ। ਮਹਾਰਾਜ ਤੁਸੀਂ ਕਹਿੰਦੇ ਸੋ ਇੱਟਾਂ ਪੱਕੀਆਂ ਨਿਕਲਣਗੀਆਂ, ਮਹਾਰਾਜ ਭਾਣਾ ਵਾਪਰ ਗਿਆ, ਮੈਂ ਕੰਗਾਲ ਹੋ ਗਿਆ, ਕਰਜ਼ਾਈ ਹੋ ਗਿਆ ਹਾਂ, ਇੱਕ ਇੱਟ ਵੀ ਪੱਕੀ ਨਹੀਂ ਨਿਕਲੀ। ਗਰੀਬ ਨਵਾਜ ਕਹਿੰਦੇ ਭਾਈ ਲੱਖੂ, ਭਾਈ ਬੁੱਧੂ ਸ਼ਾਹ ਜਾਂ ਭਾਈ ਬੁੱਧੂ ਦੱਸ ਵੀ ਕੋਈ ਵਿਘਨ ਤਾਂ ਨਹੀਂ ਪਿਆ ਪ੍ਰਸ਼ਾਦਾ ਛਕਾਇਆ ਜਦੋਂ? ਕਿਉਂਕਿ ਮਹਾਰਾਜ ਤਾਂ ਅੰਤਰਜਾਮੀ ਜਾਣਦੇ ਸੀ। ਮਹਾਰਾਜ ਕਹਿੰਦੇ ਕੋਈ ਭੁੱਖਾ ਮੁੜਿਆ ਹੋਵੇ? ਕਹਿੰਦਾ ਨਾ ਮਹਾਰਾਜ ਸਾਰੇ ਰਜਾ ਕੇ ਤੋਰੇ ਆ। ਹਾਂ ਇੱਕ ਮਗਰੋਂ ਆਇਆ ਸੀ ਕੋਈ ਭਾਈ ਲੱਖੂ ਆ, ਉਹ ਡਾਕੂ ਧਾੜ ਵੀ ਰਿਹਾ, ਤੇ ਉਹ ਮਹਾਰਾਜ
ਦੇਰੀ ਨਾਲ ਆ ਕੇ ਪ੍ਰਸ਼ਾਦਾ ਮੰਗਦਾ ਸੀ। ਮੈਂ ਇੰਨਾ ਹੀ ਆਖਿਆ ਵੀ ਹੁਣ ਤਾਂ ਵਰਤ ਗਿਆ। ਸਿੱਖਾਂ ਅਰਦਾਸ ਕੀਤੀ ਸੰਗਤ ਸਾਰੀ ਨੇ ਵੀ ਆਵਾ ਬੁੱਧੂ ਦਾ ਪੱਕਾ ਹੋਵੇ, ਤੇ ਉਹ ਕੱਲਾ ਭਾਈ ਲੱਖੂ ਕਹਿੰਦਾ ਸੀ ਵੀ ਇੱਕ ਵੀ ਇੱਟ ਪੱਕੀ ਨਹੀਂ ਨਿਕਲਣੀ, ਮੈਨੂੰ ਪ੍ਰਸ਼ਾਦਾ ਨਹੀਂ ਛਕਾਇਆ। ਪਰ ਮਹਾਰਾਜ ਦੱਸੋ ਵੀ ਤੁਸੀਂ ਤਾਂ ਕਹਿੰਦੇ ਸੀ ਇੱਟਾਂ ਪੱਕੀਆਂ ਨਿਕਲਣਗੀਆਂ, ਆਵਾ ਪੱਕਾ ਹੋਊ, ਤੇ ਭਾਈ ਲੱਖੂ ਕਹਿੰਦਾ ਕੱਚਾ, ਤੇ ਨਿਕਲਿਆ ਕੱਚਾ। ਵੀ ਭਾਈ ਲੱਖੂ ਨੇ ਤੁਹਾਡਾ ਵੀ ਬਚਨ ਟਾਲ ਦਿੱਤਾ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਿਰ ਦੱਸਿਆ ਕਿ ਭਾਈ ਬੁੱਧੂ, ਕਿਸੇ ਕਰਨੀ ਵਾਲੇ ਸਿੱਖ ਦਾ ਬਚਨ ਅਸੀਂ ਮੋੜਦੇ ਨਹੀਂ। ਸਿੱਖ ਦੀ ਲਾਜ ਰੱਖਣ ਵਾਸਤੇ ਅਸੀਂ ਆਪਦਾ ਵੀ ਬਚਨ ਟਾਲ ਲੈਂਦੇ ਹਾਂ। ਜਿਵੇਂ ਅਸੀਂ ਭਾਈ ਲੱਖੂ ਦਾ ਬਚਨ ਪੂਰਾ ਕਰਨ ਵਾਸਤੇ ਆਪਦਾ ਬਚਨ ਮੋੜ ਲਿਆ ਹੈ। ਇਸ ਕਰਕੇ ਜਦੋਂ ਪ੍ਰਸ਼ਾਦਾ ਕਰੀਏ ਘਰੇ, ਇੱਕ ਵੀ ਪ੍ਰਾਣੀ ਘਰ ਚੋਂ ਭੁੱਖਾ ਨਾ ਮੁੜੇ, ਸਾਰਿਆਂ ਨੂੰ ਛਕਾਇਆ ਜਾਵੇ, ਸੇਵਾ ਕੀਤੀ ਜਾਵੇ ਭਾਵਨਾ ਰੱਖ ਕੇ। ਕਿਉਂਕਿ ਹਰ ਇੱਕ ਸਿੱਖ ਦੇ ਵਿੱਚ ਗਰੀਬ ਨਵਾਜ ਜੀ ਕਹਿੰਦੇ ਭਾਈ ਸਾਡਾ ਵਾਸਾ ਹੈ। ਇਸ ਤਰ੍ਹਾਂ ਉਹ ਸਿੱਖ ਸੰਗਤਾਂ ਸੁਣਿਆ ਬੜਾ ਹੈਰਾਨ ਹੋਈਆਂ ਵੀ ਵੇਖੋ ਧੰਨ ਹੋ ਗੁਰੂ ਅਰਜਨ ਦੇਵ ਮਹਾਰਾਜ ਆਪ। ਸਿੱਖ ਦੀ ਪ੍ਰਤੱਗਿਆ ਰੱਖਣ ਵਾਸਤੇ ਮਹਾਰਾਜ ਆਪ ਦਾ ਤੁਸੀਂ ਬਚਨ ਪਿੱਛੇ ਕਰ ਲਿਆ ਹੈ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਆਪਦੇ ਭਗਤ ਪਿਤਾਮਾ ਭੀਸ਼ਮ ਦਾ ਬਚਨ ਪੂਰਾ ਕਰਨ ਵਾਸਤੇ ਸ਼ਾਸਤਰ ਪਕੜ ਲਏ ਸਨ, ਆਪਦੀ ਪ੍ਰਤੱਗਿਆ ਤੋੜ ਦਿੱਤੀ ਸੀ ਭਗਤ ਦੀ ਪ੍ਰਤੱਗਿਆ ਨਿਭਾਉਣ ਵਾਸਤੇ। ਧੰਨ ਹੋ ਮਹਾਰਾਜ, ਧੰਨ ਹੋ, ਧੰਨ ਹੋ, ਧੰਨ ਹੋ। ਇਸ ਤਰ੍ਹਾਂ ਦੀ ਵਡਿਆਈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਪਾਂ ਕੱਲ੍ਹ ਸੁਣੀ ਹੈ। ਅੱਗੇ ਜਿਵੇਂ ਗੰਗਾ ਰਾਮ ਬ੍ਰਾਹਮਣ ਦਾ ਪ੍ਰਸੰਗ ਆਉਂਦਾ, ਮਾਲਵੇ ਬਠਿੰਡੇ ਨਗਰ ਦਾ ਏ। ਗੰਗਾ ਰਾਮ ਬ੍ਰਾਹਮਣ ਜਿਵੇਂ ਅੰਮ੍ਰਿਤਸਰ ਸਾਹਿਬ ਵਪਾਰ ਕਰਨ ਵਾਸਤੇ, ਬਾਜਰਾ ਵੇਚਣ ਵਾਸਤੇ ਸਤਿਗੁਰਾਂ ਦੇ ਸ਼ਹਿਰ ਪਹੁੰਚਿਆ। ਉੱਥੇ ਜਾ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਬਣ ਕੇ ਰਹਿ ਗਿਆ। ਸਿੱਖੀ ਧਾਰਨ ਕੀਤੀ, ਸੇਵਾ ਕੀਤੀ। ਇਸ ਸੇਵਾ ਦਾ ਪ੍ਰਸੰਗ ਆਉਂਦਾ, ਜਿਵੇਂ ਆਉਂਦਾ ਚਿਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ ਜੀ। ਰਸਨਾ ਕਰੋ ਜੀ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਗਰ ਬਠਿੰਡੇ ਮਹਿ ਬਸ ਹੈ। ਕਵੀ ਜੀ ਦੱਸਦੇ ਆ ਭਾਈ, ਇੱਕ ਬਠਿੰਡਾ ਜਿਹੜਾ ਸ਼ਹਿਰ ਹੈ ਹੁਣ ਅਜੋਕੇ ਸਮੇਂ ਵਿੱਚ ਮਾਲਵੇ ਦਾ ਆਪਣੇ ਲਾਗੇ, ਇਸ ਸ਼ਹਿਰ ਦਾ ਨਗਰ ਦਾ ਰਹਿਣ ਵਾਲਾ ਇੱਕ ਪ੍ਰਾਣੀ ਹੈ। ਇੱਕ ਦਿਜ ਗੰਗਾ ਰਾਮ, ਉਹ ਬ੍ਰਾਹਮਣ ਹੈ ਤੇ ਨਾਮ ਉਹਦਾ ਗੰਗਾ ਰਾਮ ਹੈ। ਲਾਦ ਅੰਨ ਬਹ ਬਾਜਰਾ, ਤੇ ਇਹ ਕੰਮ ਕਰਦਾ ਹੈ ਵਪਾਰ ਦਾ, ਅੰਨ ਵੇਚਦਾ ਹੈ। ਕਹਿੰਦੇ ਬਾਜਰੇ ਦਾ ਗੱਡਾ ਭਰਿਆ ਹੋਇਆ ਨੇ, ਬਹੁਤ ਭਾਰੀ ਮਾਤਰਾ ਵਿੱਚ ਬਾਜਰਾ ਲੱਦ ਕਰਕੇ ਭਾਰੀ ਹੀ ਆਏ ਬਨਜ ਕੇ ਕਾਮ। ਤੇ ਬਠਿੰਡੇ ਇਹ ਮਾਲਵੇ ਚੋਂ ਚੱਲ ਕੇ ਤੇ ਮਾਝੇ ਵਿੱਚ ਬਾਜਰਾ ਵੇਚਣ ਵਾਸਤੇ, ਵਪਾਰ ਕਰਨ ਵਾਸਤੇ ਚੱਲਿਆ ਹੈ। ਚਾਉ ਪਈ ਚੱਲਿਓ ਚੱਲਿਓ ਸਤਦਰਵ ਉਲੰਘਾਇਬ। ਇਸ ਤਰ੍ਹਾਂ ਬਠਿੰਡੇ ਸ਼ਹਿਰ ਤੋਂ ਚੱਲਿਆ ਬਾਜਰਾ ਵੇਚਣ ਵਾਸਤੇ ਮਾਝੇ 'ਚ ਚੱਲਦਾ ਹੋਇਆ ਤੇ ਸਤਲੁਜ ਦਰਿਆ ਲੰਘਿਆ ਹੈ। ਪਾਰ ਬਿਪਾਸਾ ਤੇ ਉਤਰਾਇਬ, ਤੇ ਬਿਆਸਾ ਦਰਿਆ ਵੀ ਪਾਰ ਕਰਕੇ ਲੰਘਿਆ ਹੈ। ਮਾਝੇ ਮਹਿ ਬੂਝਿਓ ਤਬ ਜਾਏ। ਤੇ ਇਹ ਦੋ ਦਰਿਆ ਲੰਘ ਕੇ ਤੇ ਗੰਗਾ ਰਾਮ ਮਾਝੇ 'ਚ ਪਹੁੰਚਿਆ। ਮਾਝੇ 'ਚ ਜਾ ਕਰਕੇ ਗੰਗਾ ਰਾਮ ਫਿਰ ਉੱਥੋਂ ਦੇ ਮਾਝੇ ਦੇ ਲੋਕਾਂ ਨੂੰ ਪੁੱਛਦਾ ਹੈ, ਅੰਨ ਬਾਜਰਾ ਕਹਾਂ ਬਿਕਾਏ। ਵੀ ਜਿਹੜਾ ਮੇਰੇ ਪਾਸ ਅੰਨ ਹੈ ਨਾ, ਬਾਜਰਾ ਮੈਂ ਲੈ ਕੇ ਆਇਆ ਵੇਚਣ ਵਾਸਤੇ, ਤੇ ਮੈਨੂੰ ਤੁਸੀਂ ਇੱਥੋਂ ਦੇ ਰਹਿਣ ਵਾਲੇ ਇਹ ਦੱਸੋ ਵੀ ਇਹ ਬਾਜਰਾ ਕਿੱਥੇ ਜ਼ਿਆਦਾ ਲੱਗੇਗਾ, ਕਿੱਥੇ ਛੇਤੀ ਵਿਕ ਜਾਵੇਗਾ। ਜਿਸ ਥਲ ਛਿਪਰ ਲੇਹ ਕੋ ਮੋਲ, ਵੀ ਮੈਨੂੰ ਇਹੋ ਜੀ ਥਾਂ ਦੱਸੋ ਵੀ ਮੈਨੂੰ ਬਾਹਲਾ ਭਟਕਣਾ ਨਾ ਪਵੇ। ਮੇਰਾ ਬਾਜਰਾ ਜਿਹੜਾ ਬਹੁਤਾ ਹੈ ਗੱਡੇ ਭਰੇ, ਇੱਕੋ ਥਾਂ ਹੀ ਇੱਕੇ ਵਾਰ ਹੀ ਵਿਕ ਜਾਵੇ ਮਹਿੰਗੇ ਮੁੱਲ ਦਾ। ਦੇ ਕਰ ਹਟਾਂ ਸਕਲ ਹੀ ਤੋਲ, ਤੇ ਇੱਕੋ ਵਾਰੀ ਮੈਂ ਦੇ ਕੇ ਮੋੜਾਂ ਆਪਦੇ ਪਿੰਡ ਬਠਿੰਡੇ ਨੂੰ ਚਲਾ ਜਾਵਾਂ, ਇੱਕੋ ਵਾਰ ਹੀ ਸਾਰਾ ਮੇਰਾ
ਚਕੌਤਾ ਵੱਜ ਜਾਵੇ, ਸਾਰਾ ਇਕੱਠਾ ਥੋਕ ਵਿਕ ਜਾਵੇ। ਤਬ ਲੋਕਣ ਤਿਹ ਕਹਿਓ ਤੇ ਸੁਨਾਏ। ਮਾਝੇ ਦੇ ਰਹਿਣ ਵਾਲੇ ਲੋਕਾਂ ਨੇ ਫਿਰ ਇਸ ਵਪਾਰੀ ਬ੍ਰਾਹਮਣ ਨੂੰ ਇਸ ਤਰ੍ਹਾਂ ਆਖਿਆ ਹੈ ਸ਼੍ਰੀ ਗੁਰ ਅਰਜਨ ਤਾਲ ਲਵਾਏ। ਵੀ ਹੇ ਬ੍ਰਾਹਮਣ, ਜੇ ਤੂੰ ਬਾਜਰਾ ਵੇਚਣੋ ਨਾ ਤੇ ਇਕੱਠਾ ਵਿਕ ਜਾਵੇਗਾ। ਇੱਥੇ ਅੰਮ੍ਰਿਤਸਰ ਗੁਰੂ ਕਾ ਚੱਕ ਸ਼ਹਿਰ ਹੈ, ਰਮਦਾਸਪੁਰਾ, ਇੱਥੇ ਪਹੁੰਚ ਜਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਪਵਿੱਤਰ ਸਰੋਵਰ ਦੀ ਖੁਦਵਾਈ ਕਰਵਾ ਰਹੇ, ਨਵਾਂ ਸਰੋਵਰ ਬਣ ਰਿਹਾ ਹੈ। ਤਹਾਂ ਅੰਨ ਕੋ ਖਰਚ ਕਨੇਰੋ। ਤੇ ਉਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸੇਵਾ ਕਰਨ ਆਉਂਦੀਆਂ ਹਨ, ਦਰਸ਼ਨ ਕਰਨ ਆਉਂਦੀਆਂ ਨੇ। ਤੂੰ ਇਉਂ ਕਰ ਵੀ ਅੰਮ੍ਰਿਤਸਰ ਸਾਹਿਬ ਚਲਾ ਜਾ, ਉੱਥੇ ਸਰੋਵਰ ਦੀ ਸੇਵਾ ਹੁੰਦੀ, ਉੱਥੇ ਰੋਜ਼ ਲੰਗਰ ਪੱਕਦਾ ਤੇ ਬੜਾ ਭਾਰੀ ਮਾਤਰਾ ਵਿੱਚ ਅੰਨ ਲੱਗ ਜਾਂਦਾ, ਤੇਰਾ ਉੱਥੇ ਵਿਕ ਜਾਵੇਗਾ। ਸਿੱਖ ਸੰਗਤ ਕੇ ਬ੍ਰਿੰਦ ਵਡੇਰੋ। ਕਿਉਂਕਿ ਉੱਥੇ ਬਹੁਤ ਸਾਰੀਆਂ ਸੰਗਤਾਂ ਦਾ ਬੜਾ ਭਾਰੀ ਸਦਾ ਇਕੱਠ ਹੁੰਦਾ ਰਹਿੰਦਾ ਹੈ। ਅਨੇਕ ਮਜੂਰ ਕਾਰ ਕੋ ਕਰੈ। ਬੜੀਆਂ ਸੰਗਤਾਂ ਵੀ ਸੇਵਾ ਕਰਨ ਵਾਸਤੇ ਪਹੁੰਚਦੀਆਂ ਅੰਮ੍ਰਿਤਸਰ ਸਾਹਿਬ, ਤੇ ਨਾਲ ਹੀ ਇਹ ਬ੍ਰਾਹਮਣ ਜੀ ਬੜੇ ਮਜ਼ਦੂਰ ਵੀ ਉੱਥੇ ਆਪਣੀ ਮਜ਼ਦੂਰੀ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਦੀ ਪਟਾਈ ਕਰਦੇ ਆ, ਇੱਟਾਂ ਢੋਂਦੇ ਆ, ਇੱਟਾਂ ਪਕਾਉਂਦੇ ਆ। ਰਾਜ ਮਿਸਤਰੀ, ਹੋਰ ਮਜ਼ਦੂਰ, ਦਿਹਾੜੀਦਾਰ, ਸਿੱਖ ਸੰਗਤਾਂ, ਭਾਵ ਕਿ ਬੜਾ ਡਾਢਾ ਹੀ ਇਕੱਠ ਉੱਥੇ ਰਹਿੰਦਾ ਹੈ। ਨਿਸ ਬਾਸੁਰ ਤਿਸ ਹੀ ਥਲ ਥਿਰੈ। ਤੇ ਫਿਰ ਉਹ ਘਰੇ ਨਹੀਂ ਜਾਂਦੀਆਂ, ਜ਼ਿਆਦਾਤਰ ਸੰਗਤਾਂ ਦਿਨ ਰਾਤ ਅੰਮ੍ਰਿਤਸਰ ਸਾਹਿਬ ਹੀ ਰਹਿ ਲੈਂਦੀਆਂ ਨੇ। ਤਹਾਂ ਪਹੁੰਚੈ ਗੋ ਜਿਸ ਬਾਗ ਬਾਰ। ਤੇ ਹੇ ਬ੍ਰਾਹਮਣ, ਇਹ ਬਾਜਰਾ ਲੈ ਕਰਕੇ ਜਦੋਂ ਜਿਸ ਵੇਲੇ ਹੀ ਤੂੰ ਅੰਮ੍ਰਿਤਸਰ ਸਾਹਿਬ ਪਹੁੰਚ ਜਾਵੇਂਗਾ, ਹੋਏ ਹੈ ਸਕਲ ਤੋਰ ਵਿਵਹਾਰ। ਤੇ ਤੇਰਾ ਇੱਕੋ ਵਾਰੀ ਇਕੱਠਾ ਬਾਜਰਾ ਉੱਥੇ ਵਿਕ ਸਕਦਾ, ਕਿਉਂਕਿ ਉੱਥੇ ਬਹੁਤ ਭੀੜ ਰਹਿੰਦੀ ਹੈ। ਸਤਿਗੁਰਾਂ ਦੇ ਲੰਗਰ ਵਿੱਚ ਅੰਨ ਦੀ ਬਹੁਤ ਖਪਤ ਹੁੰਦੀ ਹੈ। ਇਹ ਕਰ ਦਰਬ ਤੁਰਤ ਕਰ ਜੈ। ਤੇ ਲੈ ਵਧੀਆ, ਤੈਨੂੰ ਵੀ ਥਾਂ ਥਾਂ ਕਿਲੋ ਕਿਲੋ ਮਣ ਜੂ ਵੇਚਦਾ ਫਿਰੇਗਾ। ਅੰਮ੍ਰਿਤਸਰ ਸਾਹਿਬ ਚਲਾ ਜਾ, ਉੱਥੇ ਇਕੱਠਾ ਹੀ ਤੇਰਾ ਬਾਜਰਾ ਵਿਕ ਜਾਵੇਗਾ। ਤੇ ਇਕੱਠੀ ਮਾਇਆ ਪਾਈ ਜੇਬ 'ਚ ਤੇ ਛੇਤੀ ਦੇ ਨਾਲ ਆਪਦੇ ਪਿੰਡ ਚਲਾ ਜਾਵੀਂ। ਇਸ ਤਰ੍ਹਾਂ ਤੈਨੂੰ ਬੜਾ ਸਮਾਂ ਲੱਗ ਜਾਣਾ, ਨਗਰਾਂ ਵਿੱਚ ਮਣ ਕਿਲੋ ਕਿਲੋ ਬਾਜਰਾ ਵੇਚਦਾ ਫਿਰੇਗਾ, ਨਾਲੇ ਛੇਤੀ ਹੋ ਜਾਵੇਗੀ, ਇਕੱਠੀ ਮਾਇਆ ਮਿਲ ਜਾਵੇਗੀ। ਅਪਰ ਥਾਨ ਇਮ ਨਹੀਂ ਵਿਕੈ ਹੈ। ਤੇ ਜਿੰਨਾ ਬਾਜਰਾ ਅੰਮ੍ਰਿਤਸਰ ਵਿਕ ਜਾਣਾ ਨਾ, ਇੱਕੋ ਵਾਰੀ ਤੇਰਾ ਸਾਰਾ ਜਿੰਨਾ ਵੀ ਲੈ ਜਾਏ, ਹੋਰ ਥਾਂ ਪਿੰਡਾਂ ਵਿੱਚ ਤੇਰਾ ਇੰਨਾ ਇਕੱਠਾ ਬਾਜਰਾ ਨਹੀਂ ਵਿਕੇਗਾ। ਸੁਣ ਲੋਕਣ ਤੇ ਚੌਂਪ ਵਿਸਾਲਾ। ਇਸ ਤਰ੍ਹਾਂ ਸੁਣ ਕੇ ਗੰਗਾ ਰਾਮ ਬ੍ਰਾਹਮਣ ਮਾਝੇ ਦੇ ਲੋਕਾਂ ਤੋਂ ਤੇ ਬੜਾ ਹੈਰਾਨ ਹੋਇਆ ਹੈ। ਲਾਦ ਅੰਨ ਸਭ ਗੁਰ ਦਿਸ਼ ਚਾਲਾ। ਤੇ ਲੱਦਿਆ ਹੋਇਆ ਅੰਨ ਬਾਜਰਾ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਪਹੁੰਚਿਆ ਹੈ। ਸਨੇ ਸਨੇ ਪਹੁੰਚਿਓ ਤਹਿ ਜਾਏ। ਆ ਨਗਰਾਂ ਚੋਂ ਤੁਰਦਾ ਤੁਰਦਾ, ਪੁੱਛਦਾ ਇਹ ਬ੍ਰਾਹਮਣ ਲੈ ਕੇ ਬਾਜਰੇ ਦੇ ਭਰੇ ਗੱਡੇ ਤੇ ਅੰਮ੍ਰਿਤਸਰ ਸਾਹਿਬ ਹੌਲੀ ਪਹੁੰਚਿਆ ਹੈ। ਨਾਮ ਜੋ ਗੁਰ ਕੋ ਚੱਕ ਕਹਾਏ। ਉੱਥੇ ਪਹੁੰਚਿਆ, ਹੁਣ ਆਪਾਂ ਅੰਮ੍ਰਿਤਸਰ ਸਾਹਿਬ ਕਹਿੰਦੇ ਆ, ਰਮਦਾਸਪੁਰਾ ਕਹਿੰਦੇ ਆ ਪਹਿਲਾਂ, ਤੇ ਇਸ ਨਗਰ ਦਾ ਨਾਮ ਅੰਮ੍ਰਿਤਸਰ ਸਾਹਿਬ ਦਾ ਗੁਰੂ ਕਾ ਚੱਕ ਹੋਇਆ ਕਰਦਾ ਸੀ ਖਾਲਸਾ ਜੀ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਗਰ ਵਸਾਇਆ। ਕਵੀ ਜੀ ਕਹਿੰਦੇ ਇੱਥੋਂ ਬਾਜਰਾ ਲੈ ਕੇ ਤੁਰਦਾ ਹੋਇਆ ਇਹ ਬ੍ਰਾਹਮਣ ਗੁਰੂ ਕੇ ਚੱਕ ਨਗਰ ਵਿੱਚ ਪਹੁੰਚਿਆ ਹੈ। ਆਪਨ ਅੰਨ ਸਭ ਜਾਏ ਉਤਾਰਾ। ਤੇ ਸਾਰਾ ਜਿਹੜਾ ਅੰਨ ਲਿਆਂਦਾ ਹੋਇਆ ਗੱਡੇ ਜਾ ਅੰਮ੍ਰਿਤਸਰ ਸ਼ਹਿਰ ਵਿੱਚ ਲਾ ਦਿੱਤੇ ਆ। ਡੇਰਾ ਕਰ ਹਰਖਿਓ ਉਰ ਭਾਰਾ। ਤੇ ਇਹ ਨਗਰ ਵਿੱਚ ਇੱਕ ਪਾਸੇ ਜੇ ਆਪਦਾ ਤੰਬੂ ਲਾ ਲਿਆ, ਡੇਰਾ ਲਾ ਕੇ, ਤੇ ਬੜੀ ਰੌਣਕ ਵੇਖੀ ਅੰਮ੍ਰਿਤਸਰ ਸ਼ਹਿਰ ਦੀ, ਖੁਸ਼ ਹੋਇਆ ਹੈ। ਜਹ ਮਾਨਵ ਸਮੁਦਾਇ ਦਿਸੰਤੇ। ਇੱਥੇ ਕੋਈ ਆ ਰਿਹਾ ਸੰਗਤ ਕਰਕੇ, ਕੋਈ ਸੰਗਤ ਕਰਕੇ ਨਗਰਾਂ ਨੂੰ ਜਾ ਰਿਹਾ, ਆਉਣ ਜਾਣ ਸੰਗਤਾਂ ਦਾ ਬਣਿਆ। ਬੜੀ ਦੁਨੀਆ ਖਲਕਤ ਇਕੱਠੀ ਸੰਗਤ ਵੇਖ ਕੇ ਖੁਸ਼ ਹੁੰਦਾ ਹੈ। ਦੇਸ਼ ਵਿਦੇਸ਼ਣ ਕੇ ਵਿਚਰੰਤੇ। ਵੇਖਦਾ ਵੀ ਥਾਂ ਥਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅੰਮ੍ਰਿਤਸਰ ਸਾਹਿਬ ਆ ਰਹੀਆਂ, ਕੋਈ ਜਾ ਰਿਹਾ, ਬੜੇ ਵਿਚਰਦੇ ਦਿਸਦੇ ਨੇ। ਹੋਤ ਤਾਲ ਕੀ ਕਾਰ ਵਿਸਾਲਾ। ਤੇ ਪਾਵਨ ਪਵਿੱਤਰ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਖੁਦਾਈ ਹੋ ਰਹੀ ਹੈ।
ਅੰਮ੍ਰਿਤ ਸਰੋਵਰ ਦੀ ਸੇਵਾ ਹੋ ਰਹੀ ਹੈ। ਕਰਹਿ ਈਂਟ ਕਾ ਕੋ ਨਰ ਜਾਲਾ। ਇਹ ਵੇਂਦਾ ਬ੍ਰਾਹਮਣ ਵੀ ਕੋਈ ਤਾਂ ਇੱਟਾਂ ਇਕੱਠੀਆਂ ਕਰ ਰਿਹਾ ਹੈ। ਕੱਚੀਆਂ ਇੱਟਾਂ ਪਕਾਉਣ ਵਾਸਤੇ ਢੋ ਢੋ ਕੇ ਆਵਿਆਂ ਤੇ ਲਿਜਾ ਰਿਹਾ ਹੈ। ਕੇਤਿਕ ਚੂਨੇ ਕੀ ਬਡਕਾਰ। ਤੇ ਕਈ ਚੂਨਾ ਪੀਸਣ ਦੀ, ਚੂਨਾ ਲਿਆਉਣ ਦੀ, ਚੂਨਾ ਜਿਹੜਾ ਪੀਸਣ ਦੀ, ਹੁਣ ਜਿਵੇਂ ਸੀਮੈਂਟ ਲਾਉਂਦੇ ਉਦੋਂ ਚੂਨਾ ਲੱਗਦਾ ਰਿਹਾ। ਕਈ ਸਿੱਖ ਸੰਗਤਾਂ ਚੂਨੇ ਦੀ ਵੱਡੀ ਸੇਵਾ ਪੀਣ ਦੀ ਚੱਕੀਆਂ ਰਾਹੀਂ ਮਾਈਆਂ ਕਰਦੀਆਂ ਨੇ। ਮਿਲ ਕਰ ਕਰਹਿ ਅਨੇਕ ਪ੍ਰਕਾਰ। ਇਸ ਤਰ੍ਹਾਂ ਗੱਲ ਕੀ ਮਿਲ ਕੇ ਰਲ ਕੇ ਸੰਗਤਾਂ ਬੜੇ ਤਰ੍ਹਾਂ ਦੀ ਸੇਵਾ, ਕੋਈ ਕੁਝ ਕਰ ਰਹੇ ਆ, ਕੋਈ ਇੱਟਾਂ ਢੋਂਦਾ, ਕੋਈ ਜਲ ਛਕਾਉਂਦਾ, ਕੋਈ ਲੰਗਰ ਪਕਾਉਂਦਾ ਹੈ ਤੇ ਕੋਈ ਲੰਗਰ ਛਕਾਉਂਦਾ, ਕੋਈ ਇੱਟਾਂ ਦੀ ਸੇਵਾ ਕਰਦਾ ਹੈ। ਅੰਮ੍ਰਿਤਸਰ ਸਾਹਿਬ ਬੇਅੰਤ ਸੰਗਤਾਂ ਸੇਵਾ ਵਿੱਚ ਲੱਗੀਆਂ ਹਨ। ਕੇਤਿਕ ਈਂਧਨ ਅਧਿਕ ਸਕੀਲਾ। ਇੱਟਾਂ ਪਕਾਉਣ ਵਾਸਤੇ ਬਾਲਣ ਚਾਹੀਦਾ ਹੈ। ਕਈ ਸਿੱਖ ਸੰਗਤਾਂ ਬੜਾ ਬਾਲਣ ਇਕੱਠਾ ਕਰਦੀਆਂ, ਕੱਖ ਕਾਨਾ ਬਾਹਰੋਂ ਵੱਢ ਵੱਢ ਕੇ ਸਿੱਖ ਲਿਆਉਂਦੇ ਨੇ। ਸੀਸ ਉਠਾਏ ਪਜਾਵਨ ਮੇਲਾ। ਤੇ ਕਈ ਸੇ ਜਿਹੜਾ ਵਾ ਉਹ ਸਾਰਾ ਬਾਲਣ ਚੁੱਕ ਚੁੱਕ ਕੇ ਤੇ ਜਿੱਥੇ ਪਜਾਵੇ ਲੱਗੇ ਹੋਏ ਇੱਟਾਂ ਪਕਾਉਣ ਵਾਸਤੇ ਉਹਨਾਂ ਪਜਾਵਿਆਂ ਦੇ ਵਿੱਚ ਬਾਲਣ ਲਿਆ ਲਿਆ ਕੇ ਪਾਇਆ ਜਾ ਰਿਹਾ ਹੈ। ਕੇਤਿਕ ਰੋਰ ਬਹੋਰਨ ਕਰੈ। ਕਈ ਸਿੱਖ ਜਿਹੜੇ ਰੋੜ ਇਕੱਠੇ ਕਰਦੇ ਆ, ਰੋੜਾਂ ਨੂੰ ਪੀ ਕੇ ਉਹ ਲਾਇਆ ਜਾਂਦਾ ਸੀ। ਇਹ ਜਿਵੇਂ ਉਸ ਰੇਤਾ ਸੀਮਟ ਵਰਤਦੇ ਆ, ਹੁਣ ਰੋੜ ਪੀਸਣ ਤੇ ਕਈ ਉਹ ਲੱਗੇ ਹੋਏ। ਕੋਈ ਰੋੜ ਇਕੱਠੇ ਕਰਨ ਵਾਸਤੇ ਸਿੱਖ ਲੱਗੇ ਆ, ਰੋੜ ਇਕੱਠੇ ਕਰ ਕਰਕੇ ਲੈ ਕੇ ਆਉਂਦੇ ਹਨ। ਭਲੇ ਸੁਧਾਰ ਏਕ ਥਲ ਧਰੈ। ਤੇ ਕਈ ਰੋੜ ਇਕੱਠੇ ਕਰਕੇ ਧੋ ਕੇ ਇੱਕ ਥਾਂ ਇਕੱਠੇ ਕਰ ਕਰਕੇ ਰੱਖੀ ਜਾਂਦੇ ਹਨ। ਕੇਤਿਕ ਆਨਹਿ ਤਾਲ ਨਜੀਕੇ। ਤੇ ਕਈ ਫਿਰ ਉਹ ਰੋੜ ਜਦੋਂ ਪੀ ਲੈਂਦੇ ਆ ਨਾ, ਪੀ ਕੇ ਤੇ ਸਰੋਵਰ ਦੇ ਨੇੜੇ ਲੈ ਕੇ ਆਉਂਦੇ ਆ ਚੂਨਾ। ਤੇ ਕਈ ਇੱਟਾਂ ਚੁੱਕ ਚੁੱਕ ਕੇ ਪੱਕੀਆਂ ਚੱਠਿਆਂ ਤੋਂ ਤੇ ਸਰੋਵਰ ਦੇ ਲਾਗੇ ਲੈ ਕੇ ਆਉਂਦੇ ਆ। ਕੋ ਘਰ ਘਰ ਲਾਵਤ ਹੈ ਨੀਕੇ। ਕਈ ਜਿਹੜੇ ਚੱਠੇ ਲਾ ਰਹੇ ਆ, ਇੱਟਾਂ ਲਿਆ ਲਿਆ ਕੇ ਸਰੋਵਰ ਦੇ ਲਾਗੇ ਰੱਖਦੇ ਆ। ਇੱਥੇ ਲਿਆ ਕੇ ਸੋਹਣੇ ਚੱਠੇ ਲਾਏ ਜਾ ਰਹੇ ਹਨ। ਕਰੇ ਈਂਟ ਕਾ ਕੇ ਵੱਡ ਢੇਰ। ਇਸ ਤਰ੍ਹਾਂ ਸੰਗਤਾਂ ਨੇ ਲਿਆ ਲਿਆ ਕੇ ਇੱਟਾਂ ਸਰੋਵਰ ਦੇ ਨੇੜੇ ਜਿੱਥੇ ਰਾਜ ਮਿਸਤਰੀ ਕੰਮ ਕਰਦੇ ਇੱਟਾਂ ਲਾ ਰਹੇ ਆ, ਬਹੁਤ ਵੱਡੇ ਢੇਰ ਲਗਾ ਦਿੱਤੇ ਹੋਏ ਆ। ਕੇਤਿਕ ਕਰਦਮ ਕਰ ਕਰ ਗੇਰ। ਤੇ ਕਈ ਉਹ ਜਿਹਨੂੰ ਗਾਰਾ ਕਹਿੰਦੇ, ਕਹਾਣੀ ਚਿੱਕੜ ਮਾਰ ਮਾਰ ਕੇ, ਕਹਾਣੀ ਮਾਰ ਮਾਰ ਕੇ ਨੇੜੇ ਲਿਆਉਂਦੇ ਆ, ਘੇਰਦੇ ਆ ਰਾਜ ਮਿਸਤਰੀਆਂ ਦੇ ਪਾਸ। ਜਿੱਥੇ ਲੋੜ ਹੁੰਦੀ ਉੱਥੇ ਲਿਆ ਲਿਆ ਕੇ ਕਹਾਣੀ ਗਾਰਾ ਮਾਰ ਮਾਰ ਲਿਆਂਦਾ ਜਾ ਰਿਹਾ ਹੈ। ਕੇਤਿਕ ਚੂਨੋ ਪੀਸ ਬਣਾਏ। ਤੇ ਕਈ ਮਾਈਆਂ ਚੱਕੀਆਂ ਵਿੱਚ ਚੂਨਾ ਪੀਣ ਦੀ ਸੇਵਾ ਕਰਦੀਆਂ, ਰੋੜ ਪੀਸ ਪੀਸ ਕੇ ਸੋਹਣੇ ਬਣਾਉਂਦੀਆਂ, ਚੂਨਾ ਤਿਆਰ ਹੁੰਦਾ ਹੈ। ਕੋ ਕਾਰੀਗਰ ਨਿਕਟ ਪੁਚਾਏ। ਤੇ ਕਈ ਚੂਨਾ ਇੱਟਾਂ ਗਾਰਾ, ਇਹ ਕਾਰੀਗਰ ਜਿੱਥੇ ਰਾਜ ਮਿਸਤਰੀ ਲੱਗੇ ਇੱਟਾਂ ਲਾਉਣ ਵਾਸਤੇ, ਕੁਝ ਸਿੱਖ ਸਿਰ ਤੇ ਟੋਕਰੀ ਢੋਂਦੇ ਆ, ਟੋਕਰੀਆਂ ਢੋ ਢੋ ਕੇ ਤੇ ਇੱਟਾਂ ਰੋੜ ਚੂਨਾ ਇਸ ਤੋਂ ਬਾਅਦ ਇੱਕ ਹੋਰ ਮਿੱਟੀ ਢੋਂਦੇ ਆ। ਤੇ ਮਿਸਤਰੀ ਜਿੱਥੇ ਰਾਜ ਮਿਸਤਰੀ ਲੱਗੇ ਉਸਾਰੀ ਵਾਲੇ, ਸਰੋਵਰ 'ਚ ਪੱਕਾ ਪੌੜੀਆਂ ਬਣਦੀਆਂ ਅੰਮ੍ਰਿਤ ਸਰੋਵਰ ਦੀਆਂ, ਇੱਥੇ ਲਿਆ ਲਿਆ ਕੇ ਸਿੱਖ ਸੰਗਤਾਂ ਚੂਨਾ ਢੋਂਦੀਆਂ, ਕੋਈ ਇੱਟਾਂ ਢੋਂਦਾ ਹੈ। ਸਿਰ ਪਰ ਧਰਹਿ ਟੋਕਰੀ ਢੋਵੈ। ਕਿ ਬੱਚੇ ਬੁੱਢੇ ਮਾਈ ਪਾਈ ਸਭ ਲੱਗੇ ਹੋਏ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੇਵਾ ਵਿੱਚ। ਸਾਰੀਆਂ ਸੰਗਤਾਂ ਸਿਰ ਤੇ ਟੋਕਰੀ ਢੋਂਦੀਆਂ ਹਨ। ਸਗਰੇ ਦਿਨ ਗੁਰ ਦਰਸ਼ਨ ਜੋਵੈ। ਤੇ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤਾਂ ਸਿੱਖ ਕਰਦੇ ਆ ਮਹਾਰਾਜ ਦੇ ਘਰ ਦੀ ਸੇਵਾ, ਤੇ ਨਾਲ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਿੱਥੇ ਪ੍ਰਕਰਮਾਂ 'ਚ ਸੇਵਾ ਹੁੰਦੀ, ਅੰਮ੍ਰਿਤ ਸਰੋਵਰ ਪੱਟਿਆ ਜਾ ਰਿਹਾ, ਖੁਦਾਈ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਉੱਥੇ ਆਪ ਬਹਿ ਕੇ ਸੰਗਤਾਂ ਵਿੱਚ ਸੇਵਾ ਕਰਵਾਉਂਦੇ ਨੇ। ਤੇ ਨਾਲੇ ਸੰਗਤਾਂ ਸੇਵਾ ਕਰਦੀਆਂ, ਨਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਹਨ। ਤਿਨ ਮਹ ਕੇਤਿਕ ਸਿੱਖ ਸਰਧਾਲੂ। ਤੇ ਇਹਨਾਂ ਵਿੱਚ ਕਈ ਸ਼ਰਧਾ ਵਾਲੇ, ਬੜੇ ਪ੍ਰੇਮਾ ਭਗਤੀ ਵਾਲੇ ਸ਼ਰਧਾਲੂ ਸਿੱਖ ਹਨ। ਕਰਹਿ ਪ੍ਰੇਮ ਤੇ ਕਾਰ ਵਿਸਾਲੂ। ਤੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਦੇ ਘਰ ਦੀ ਸੇਵਾ, ਆਪਦੇ ਘਰ ਦੀ ਸੇਵਾ ਜਾਣ ਕੇ, ਜਿਵੇਂ ਆਪਦੇ ਘਰ ਦੇ ਕੰਮ ਕਰੀਦਾ ਨਾ ਸੁਚੱਜੇ ਢੰਗ ਨਾਲ, ਸੋਹਣੇ ਤਰੀਕੇ ਨਾਲ, ਚਾਅ ਨਾਲ, ਪ੍ਰੇਮ ਨਾਲ, ਉਤਸ਼ਾਹ ਨਾਲ, ਬਲ ਨਾਲ, ਇਸ ਤਰ੍ਹਾਂ ਜਿਹੜੇ ਸ਼ਰਧਾ ਵਾਲੇ ਸਿੱਖ ਹਨ
ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਸਰੋਵਰ ਦੀ ਸੇਵਾ ਇਉਂ ਕਰਦੇ ਆ ਜਿਵੇਂ ਆਪਦੇ ਘਰ ਦਾ ਕੰਮ ਹੁੰਦਾ ਹੈ। ਪ੍ਰੇਮ ਦੇ ਨਾਲ ਸ਼ਰਧਾ ਨਾਲ ਸੇਵਾ ਕਰਦੇ ਹਨ। ਕੇਤਿਕ ਤਹਿ ਮਜੂਰ ਕਰ ਕਾਰੀ। ਸੰਗਤਾਂ ਸਿੱਖ ਵੀ ਸੇਵਾ ਕਰਦੇ ਜਿਹੜੇ ਲੈਂਦੇ ਕੁਝ ਨਹੀਂ, ਕੱਲਾ ਪ੍ਰਸ਼ਾਦਾ ਛਕ ਕੇ ਸੇਵਾ ਕਰਦੇ ਆ। ਕੁਝ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਮਜ਼ਦੂਰ ਵੀ ਲੱਗੇ ਆ, 2 ਟਕਾ ਦਿਹਾੜੀ ਲੈਂਦੇ ਆ ਸ਼ਾਮ ਨੂੰ। ਤੇ ਸੱਚੇ ਪਾਤਸ਼ਾਹ ਦੇ ਘਰ ਉਹ ਵੀ ਕੁਝ ਮਜ਼ਦੂਰ ਵੀ ਆਪਦੇ ਪਰਿਵਾਰ ਦਾ ਖਰਚਾ ਚਲਾਉਣ ਵਾਸਤੇ ਦਿਹਾੜੀ ਤੇ ਲੱਗੇ ਹੋਏ ਹਨ। ਭਈ ਸੰਝ ਤੇ ਲੇਤ ਦਿਹਾਰੀ। ਜਦੋਂ ਸ਼ਾਮ ਹੋ ਜਾਂਦੀ ਤੇ ਸੱਚੇ ਪਾਤਸ਼ਾਹ ਸਭ ਨੂੰ 2-2 ਟਕੇ ਦਿਹਾੜੀ ਦੇ ਦਿੰਦੇ ਹਨ। ਕੇਤਿਕ ਕਾਰੀਗਰ ਹੈ ਲਾਗੇ। ਤੇ ਕਿੰਨੇ ਕੀ ਜਿਹੜੇ ਰਾਜ ਮਿਸਤਰੀ ਸਰੋਵਰ ਜਿਹੜਾ ਪੱਕਾ ਕਰਨ ਵਾਸਤੇ ਲੱਗੇ ਹੋਏ ਹਨ। ਸਰਬ ਵਸਤ ਆਨਹਿ ਤਿਨ ਆਗੇ। ਤੇ ਕਈ ਸੰਗਤਾਂ ਜਿਹੜੀਆਂ ਉਹ ਰਾਜ ਮਿਸਤਰੀਆਂ ਦੇ ਅੱਗੇ ਵਸਤੂਆਂ ਲਿਆ ਰੱਖਦੀਆਂ। ਕੋਈ ਇੱਟਾਂ ਲਿਆਉਂਦਾ, ਕੋਈ ਗਾਰਾ ਢੋਂਦਾ ਹੈ, ਕੋਈ ਚੂਨਾ ਢੋਂਦਾ ਹੈ। ਸਿੱਖਿਅਨ ਕੋ ਪਿਖ ਦਿਜ ਬਿਸਮਾਇਓ। ਤੇ ਜਿਹੜਾ ਇਹ ਗੰਗਾ ਰਾਮ ਬ੍ਰਾਹਮਣ ਬਠਿੰਡੇ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਬਾਜਰਾ ਵੇਚਣ ਆਇਆ, ਇਹਨੇ ਵੇਖਿਆ ਜਦੋਂ ਇੱਥੋਂ ਦਾ ਮਾਹੌਲ, ਸਿੱਖ ਸੰਗਤਾਂ ਸੇਵਾ ਕਰਦੀਆਂ, ਅਥਾਹ ਸ਼ਰਧਾ, ਮਾਈ ਭਾਈ ਬੱਚੇ ਬੁੱਢੇ ਸਾਰੇ ਟੋਕਰੀ ਢੋਂਦੇ ਵੇਖ ਕੇ ਤੇ ਗੰਗਾ ਰਾਮ ਬ੍ਰਾਹਮਣ ਬਹੁਤ ਹੈਰਾਨ ਹੁੰਦਾ, ਖੁਸ਼ ਹੁੰਦਾ ਹੈ। ਘਾਲ ਵੱਡੀ ਘਾਲਣ ਚਿਤ ਲਾਇਓ। ਤੇ ਇਹਦੇ ਮਨ ਵਿੱਚ ਵੀ ਪ੍ਰੇਮ ਜਾਗ ਗਿਆ ਵੀ ਮਣਾ ਕੀ ਹੋਵੇਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਵੀ ਸਾਰਾ ਸੰਸਾਰ ਹੀ ਮਾਨੋ ਇੱਥੇ ਸੇਵਾ ਕਰਨ ਆਇਆ ਹੋਇਆ। ਬੁੱਢੇ ਬੱਚੇ ਲੰਗੜੇ ਲੂਲੇ ਸਾਰੇ ਹੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸਰੋਵਰ ਦੀ ਸੇਵਾ ਕਰਦੇ ਆ। ਵੀ ਕੁਝ ਨਾ ਕੁਝ ਤਾਂ ਮਿਲਦਾ ਹੀ ਆ ਨਾ, ਜਿਹੜਾ ਮਹਾਰਾਜ ਦੇ ਘਰ ਦੀ ਇੰਨੀ ਸੇਵਾ ਕਰ ਰਹੇ ਆ। ਇਹ ਗੰਗਾ ਰਾਮ ਬ੍ਰਾਹਮਣ ਦਾ ਮਨ ਵਿੱਚ ਵੀ ਪ੍ਰੇਮ ਲੱਗਿਆ ਵੀ ਮਣਾ ਤੂੰ ਵੀ ਇੱਥੇ ਸੇਵਾ ਕਰ ਜਿੱਥੇ ਸਾਰਾ ਸੰਸਾਰ ਸੇਵਾ ਕਰਦਾ ਹੈ। ਗੰਗਾ ਰਾਮ ਵਿਪਰ ਚਿਤ ਫਿਰਿਓ। ਤੇ ਗੰਗਾ ਰਾਮ ਬ੍ਰਾਹਮਣ ਦਾ ਮਨ ਫਿਰ ਗਿਆ। ਆਇਆ ਤਾਂ ਸੀ ਵਪਾਰ ਕਰਨ ਅੰਮ੍ਰਿਤਸਰ ਸਾਹਿਬ, ਪਰ ਹੁਣ ਇਹਦਾ ਮਨ ਕੱਲੇ ਵਪਾਰ ਤੱਕ ਸੀਮਤ ਨਹੀਂ ਰਿਹਾ, ਮਨ ਬਦਲ ਗਿਆ ਹੈ। ਗੁਰ ਪ੍ਰਤਾਪੋ ਨੀਕੇ ਉਰ ਤਰਿਓ। ਇਸ ਗੰਗਾ ਰਾਮ ਬ੍ਰਾਹਮਣ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਤਾਪ ਚੰਗੀ ਤਰ੍ਹਾਂ ਜਾਣ ਲਿਆ, ਧਾਰ ਲਿਆ ਇਹਦੇ ਵਿੱਚ ਵੀ ਇਹ ਕੋਈ ਸਧਾਰਨ ਪੁਰਸ਼ ਨਹੀਂ। ਜਿੱਥੇ ਸਾਰਾ ਸੰਸਾਰ ਟੋਕਰੀ ਢੋਂਦਾ ਹੈ, ਮਾਈਆਂ ਚੱਕੀ ਪੀਂਦੀਆਂ, ਗੁਰਮੁਖ ਮਾਈ ਭਾਈ ਸਾਰੇ ਚੂਨਾ ਪੀਂਦੇ, ਇੱਟਾਂ ਢੋਂਦੇ ਆ। 2 ਨਹੀਂ 4 ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਜਿੱਥੇ ਸਿੱਖ ਸੇਵਾ ਕਰ ਰਿਹਾ ਸਾਰਾ ਸੰਸਾਰ। ਫਿਰ ਸਿੱਖਾਂ ਦੇ ਪਾਸੋਂ ਜਦੋਂ ਸੁਣਦਾ ਵੀ ਮੇਰੀ ਆਹ ਵੀ ਮਨੋਕਾਮਨਾਵਾਂ ਪੂਰੀ ਹੋ ਗਈ, ਮੇਰੀ ਆਹ ਇੱਛਾ ਪੂਰੀ ਹੋਈ ਹੈ। ਸਿੱਖਾਂ ਦੱਸਿਆ ਇਸ ਗੰਗਾ ਰਾਮ ਬ੍ਰਾਹਮਣ ਨੂੰ ਵੀ ਇਹੋ ਜਿਹਾ ਸਥਾਨ ਗੁਰੂ ਅਰਜਨ ਦੇਵ ਮਹਾਰਾਜ ਦਾ ਅੰਮ੍ਰਿਤਸਰ, ਜਿੱਥੇ ਕੋੜੇ ਠੀਕ ਹੋਏ। ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰ ਕਰਕੇ ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ, ਕੋੜੇ ਫਿਟਕਾਰਿਆ ਜਾਂਦਾ ਹੈ, ਮੂੰਹ ਨਹੀਂ ਲਾਉਂਦਾ ਸੀ ਕੋਈ, ਇਹੋ ਜਿਹਾਂ ਦਾ ਵੀ ਉਧਾਰ ਹੋਇਆ। ਜਿਹਦੇ ਤੇ ਮਿਹਰ ਭਰੀ ਦ੍ਰਿਸ਼ਟੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੇਰ ਦੇਣ ਤੋ ਜਪਿਓ ਜਿਨ ਅਰਜੁਨ ਦੇਵ ਗੁਰੂ ਸੇ ਫਿਰ ਗਰਭਾਸ ਨਾ ਪਰਿਆ ਰੇ। ਉਹਦਾ ਜੰਮਣ ਮਰਨ ਕੱਟ ਦਿੰਦੇ, ਐਡੀ ਦਇਆ ਦੀ ਮੂਰਤ ਹਨ ਗੁਰੂ ਅਰਜਨ ਦੇਵ ਮਹਾਰਾਜ। ਇਹ ਗੰਗਾ ਰਾਮ ਬ੍ਰਾਹਮਣ ਨੇ ਸੁਣਿਆ ਅੰਮ੍ਰਿਤਸਰ ਸਾਹਿਬ ਦੀ ਸੰਗਤ ਤੋਂ, ਸੁਣ ਕੇ ਬੜਾ ਹੈਰਾਨ ਹੁੰਦਾ ਹੈ, ਮਨ ਵਿੱਚ ਬਹੁਤ ਪ੍ਰੇਮ ਬਣਿਆ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅਥਾਹ ਪ੍ਰਤਾਪ ਜਾਣਿਆ ਧਰਿਆਰੇ ਦੇ ਵਿੱਚ। ਮਸਤਕ ਟੇਕ ਦੂਰ ਤੇ ਗਇਓ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਦੂਰੋਂ ਹੀ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਹੈ। ਆਪਨ ਅੰਨ ਕੇ ਢਿਗ ਥਿਰ ਥਇਓ। ਤੇ ਜਿੱਥੇ ਦਾ ਅੰਨ ਆ ਨਾ, ਜਿੱਥੇ ਨੇ ਆਪਦੇ ਬਾਜਰੇ ਦੇ ਢੇਰ ਲਿਆ ਕੇ ਲਾਏ ਆ ਵਪਾਰ ਕਰਨ ਵਾਸਤੇ, ਨਗਰ ਦੇ ਬਾਰ-ਬਾਰ ਆਪਣੇ ਅੰਨ ਦੇ ਢੇਰ ਦੇ ਕੋਲ ਆਣ ਫਿਰ ਪਹੁੰਚਿਆ ਹੈ। ਤਿਸ ਦਿਨ ਗੁਰ ਕੇ ਦੇਗ ਨ ਹੋਈ। ਤੇ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇੱਕ ਕਲਾ ਵਰਤਾਈ। ਮਹਾਰਾਜ ਨੇ ਇਹੋ ਜਿਹੀ ਕਲਾ ਵਰਤਾਈ ਵੀ ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਅੰਮ੍ਰਿਤਸਰ ਸਾਹਿਬ ਲੰਗਰ ਜਿਹੜਾ ਨਾ, ਉਹ ਆਟਾ ਅੰਨ ਉਹ ਆਨੰਦ ਹੋ ਗਿਆ, ਭਾਵ ਸਮਾਪਤ ਹੋ ਗਿਆ। ਉਸ ਦਿਨ ਅੰਮ੍ਰਿਤਸਰ ਸਾਹਿਬ ਲੰਗਰ ਨਹੀਂ ਬਣਿਆ ਹੈ। ਅੰਨ ਗਇਓ ਥੁਰ ਲਿਆਏ ਨਾ ਕੋਈ। ਕਿਉਂਕਿ ਸੰਗਤਾਂ ਅੰਨ ਲੈ ਕੇ ਆਉਂਦੀਆਂ ਸੀ, ਪ੍ਰਸ਼ਾਦਾ ਜਿਹੜਾ ਵਾਹਿਗੁਰੂ ਰਸਤੇ ਆ ਨਾ, ਸੁੱਕੀ ਦਾਲਾਂ ਬਾਜਰਾ ਕਣਕ ਆਦਿ ਕਿ ਸੰਗਤਾਂ ਹੀ ਲੈ ਨਗਰਾਂ ਚੋਂ ਆਉਂਦੀਆਂ ਸੀ।
ਕੋਈ ਲੈ ਕੇ ਨਾ ਆਇਆ, ਪਿਛਲਾ ਸਾਰਾ ਅੰਨ ਪ੍ਰਸ਼ਾਦਾ ਵਰਤ ਗਿਆ, ਪੱਕ ਗਿਆ, ਭੰਡਾਰੇ ਵਿਹਲੇ ਹੋ ਗਏ ਇੱਕ ਵਾਰੀ। ਕੋਈ ਅੰਨ ਲੈ ਕੇ ਨਾ ਆਇਆ, ਕਲਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਆਪ ਹੀ ਵਰਤਾ ਰਹੇ, ਕਿਉਂਕਿ ਗੰਗਾ ਰਾਮ ਬ੍ਰਾਹਮਣ ਦੀ ਪਰਖ ਕਰਨੀ ਮਹਾਰਾਜ ਨੇ। ਸੱਚੇ ਪਾਤਸ਼ਾਹ ਦੀਆਂ ਕਲਾ ਵਰਤਾਈ ਵੀ ਉਸ ਦਿਨ ਲੰਗਰ ਨਾ ਬਣਿਆ, ਤੇ ਕੋਈ ਲੰਗਰ ਵਾਸਤੇ ਰਸਤਾ ਵੀ ਲੈ ਕੇ ਨਹੀਂ ਪਹੁੰਚਿਆ ਹੈ। ਬਹੁ ਗ੍ਰਾਮਨ ਕੋ ਜੇਤਿਕ ਆਇਓ। ਤੇ ਜਿੰਨੇ ਬਹੁਤ ਪਿੰਡਾਂ ਦੀ ਸੰਗਤ ਸੀ ਨਾ, ਸਾਰੀ ਇੱਥੇ ਇਕੱਠੀ ਹੋਈ ਹਜ਼ਾਰਾਂ ਗਿਣਤੀ ਵਿੱਚ। ਸੋ ਸਭ ਲੰਗਰ ਬਿਖੈ ਲਗਾਇਓ। ਤੇ ਸਾਰੀ ਸੰਗਤ ਜਿਹੜੀ ਉਹ ਲੰਗਰ ਵਿੱਚ ਲੱਗੀ ਹੋਈ ਹੈ, ਜਾਂ ਕਹੋ ਜਿਹੜਾ ਲੰਗਰ ਆਉਂਦਾ ਸੀ ਨਾ ਨਗਰਾਂ ਵਿੱਚੋਂ, ਉਸੇ ਦਾ ਹੀ ਲੰਗਰ ਨਿਤਾ ਪ੍ਰਤੀ ਸੰਗਤ ਵਾਸਤੇ ਪੱਕਦਾ ਸੀ। ਪਰ ਅੱਜ ਮਹਾਰਾਜ ਨੇ ਇਹੋ ਜਿਹੀ ਕਲਾ ਵਰਤਾਈ ਵੀ ਕਿਸੇ ਵੀ ਨਗਰ ਵਿੱਚੋਂ ਕੋਈ ਵੀ ਰਸਤ ਨਹੀਂ ਲੈ ਕੇ ਪਹੁੰਚਿਆ। ਅੱਜ ਲੰਗਰ ਨਹੀਂ ਬਣਿਆ ਹੈ। ਨਰਨ ਹਜ਼ਾਰਨ ਹੋਏ ਆਹਾਰਾ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ, ਰੋਜ਼ ਦੀ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਸਿੱਖ ਪ੍ਰਸ਼ਾਦਾ ਛਕਦੇ ਰਹੇ ਆ। ਬਰਤਤ ਰਹਿ ਸੰਝ ਲਗ ਸਾਰਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਲੰਗਰ ਵਰਤ ਜਾਂਦਾ। ਭਾਵ ਕਵੀ ਜੀ ਕਹਿੰਦੇ ਜਿੰਨਾ ਪ੍ਰਸ਼ਾਦਾ ਜਾਂ ਸੁੱਕੀ ਰਸਤ, ਸਬਜ਼ੀਆਂ ਆਦਿਕ, ਜਿੰਨਾ ਦਾਲਾਂ ਆ ਜਾਂਦੀਆਂ ਸੀ ਨਾ ਸਵੇਰੇ ਦੁਪਹਿਰੇ, ਜਿੰਨਾ ਇੱਕ ਦਿਨ ਵਿੱਚ ਰਾਸ਼ਨ ਆਉਂਦਾ ਸੀ, ਇੰਨੀ ਸੰਗਤ ਸੀ, ਉਹ ਸਾਰਾ ਹੀ ਸ਼ਾਮ ਤੀਕ ਵਰਤ ਜਾਂਦਾ ਸੀ। ਜਦੋਂ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਸੇਵਾ ਚੱਲਦੀ ਸੀ, ਤੇ ਅਗਲੇ ਦਿਨ ਜਦੋਂ ਫਿਰ ਲੰਗਰ ਪੱਕਣਾ ਸੀ, ਉਹ ਨਿਤਾ ਪ੍ਰਤੀ ਨਵੀਂ ਰਸਤ ਆਉਂਦੀ ਸੀ, ਉਹੀ ਪੱਕਦੀ ਸੀ। ਖਪਤ ਇੰਨੀ ਸੀ, ਲੱਖਾਂ ਦੀ ਗਿਣਤੀ ਵਿੱਚ ਸਿੱਖ ਸੇਵਾ ਕਰਦੇ ਸੀ। ਜਿੰਨੀ ਰਸਤ ਆਉਂਦੀ ਸੀ ਸਾਰੀ ਪੱਕ ਜਾਂਦੀ ਸੀ ਸ਼ਾਮ ਤੀਕਰ। ਉਹ ਪੱਕ ਗਈ ਪਿਛਲੇ ਦਿਨ, ਤੇ ਅੱਜ ਕੋਈ ਰਸਤ ਲੈ ਕੇ ਨਾ ਆਇਆ। ਤੇ ਇਸ ਤਰ੍ਹਾਂ ਭੰਡਾਰੇ ਵਿਹਲੇ, ਅੱਜ ਪ੍ਰਸ਼ਾਦਾ ਲੰਗਰ ਬਣਿਆ ਨਾ। ਨਹੀਂ ਅੰਨ ਪਹੁੰਚਿਓ ਕਿਤ ਹੀ ਤੇ। ਵੀ ਮਹਾਰਾਜ ਨੇ ਕਲਾ ਹੀ ਆਪ ਵਰਤਾਈ। ਕਿਸੇ ਪਾਸਿਓਂ ਕੋਈ ਵੀ ਅੰਨ, ਦਾਲਾਂ, ਆਟਾ, ਕਣਕ ਜਾਂ ਬਾਜਰਾ, ਇਹ ਜਵਾਰ, ਇਹ ਕੁਝ ਲੈ ਕੇ ਪਹੁੰਚਿਆ ਨਹੀਂ ਹੈ। ਬਿਨ ਭੋਜਨ ਸੋ ਦਿਵਸ ਬਤੀਤੇ। ਤੇ ਉਹ ਸਾਰਾ ਦਿਨ ਜਿਹੜਾ ਨਾ ਭੋਜਨ ਤੋਂ ਬਿਨਾਂ ਹੀ, ਲੰਗਰ ਨਹੀਂ ਲੱਗਿਆ ਉਸ ਦਿਨ ਅੰਮ੍ਰਿਤਸਰ ਸਾਹਿਬ, ਤੇ ਬਿਨਾਂ ਭੋਜਨ ਤੋਂ ਬਤੀਤ ਹੋ ਰਿਹਾ ਹੈ। ਬਾਹਰ ਆਗਲੋ ਦਿਨ ਜਬ ਭਇਓ। ਇੱਕ ਦਿਨ ਇੱਥੇ ਅੰਮ੍ਰਿਤਸਰ ਸਾਹਿਬ ਲੰਗਰ ਨਾ ਬਣਿਆ, ਸੰਗਤਾਂ ਕੁਝ ਨਹੀਂ ਛਕਿਆ, ਚੁੱਪ ਚਪੀਤੇ ਸੇਵਾ ਕੀਤੀ। ਤੇ ਅਗਲਾ ਦਿਨ ਜਦੋਂ ਫੇਰ ਚੜਿਆ ਹੈ, ਕਿਤ ਤੇ ਆਨਨ ਆਵਣ ਥਇਓ। ਤੇ ਅਗਲੇ ਦਿਨ ਫੇਰ ਕੋਈ ਰਸਤ ਲੈ ਕੇ ਨਾ ਆਇਆ ਨਗਰਾਂ ਵਿੱਚੋਂ, ਕਿਸੇ ਨਗਰ ਨੇ ਨਾ ਰਸਤ ਲਿਆਂਦੀ ਇੱਥੇ। ਦੂਜਾ ਦਿਨ ਫਿਰ ਇਸੇ ਤਰ੍ਹਾਂ ਚੜਿਆ, ਕੋਈ ਰਸਤ ਨਹੀਂ ਲੈ ਪਹੁੰਚਿਆ ਹੈ। ਸੁਣ ਕੇ ਗੰਗਾ ਰਾਮ ਵਿਚਾਰਾ। ਤੇ ਜਦੋਂ ਇਹ ਗੱਲ ਗੰਗਾ ਰਾਮ ਬ੍ਰਾਹਮਣ ਵਪਾਰੀ ਨੂੰ ਪਤਾ ਲੱਗੀ ਵੀ ਕੋਈ ਵੀ ਰਸਤ ਨਹੀਂ ਲੈ ਕੇ ਪਹੁੰਚਿਆ, ਕੱਲ ਗੁਰੂ ਕਾ ਲੰਗਰ ਨਹੀਂ ਬਣਿਆ, ਗੰਗਾ ਰਾਮ ਬ੍ਰਾਹਮਣ ਨੇ ਜਦੋਂ ਇਹ ਸਾਰੀ ਗੱਲਬਾਤ ਸੁਣੀ ਹੈ, ਇਨਕੋ ਅਰਪਹਿ ਦਰਬ ਹਜ਼ਾਰਾ। ਤੇ ਇਹਦੇ ਮਨ ਵਿੱਚ ਸ਼ਰਧਾ ਬਣੀ ਵੀ ਇਹਨਾਂ ਨੂੰ ਲੋਕੀ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਾਇਆ ਲੋਕ ਭੇਟ ਕਰਦੇ ਆ। ਸੰਗਤਾਂ ਨਿਤਾ ਪ੍ਰਤੀ ਦਰਸ਼ਨਾਂ ਦੀ ਭੇਟਾ ਵਜੋਂ ਹਜ਼ਾਰਾਂ ਮੱਥਾ ਟੇਕਦੀਆਂ ਨੇ। ਆਪਣ ਭਲੋ ਕਰ ਬੇਕੇ ਕਾਰਨ। ਤੇ ਮਨ 'ਚ ਵਿਚਾਰ ਹੈ ਵੀ ਮਣਾ ਤੂੰ ਵੀ ਆਪ ਦਾ ਭਲਾ ਕਰ ਲੈ। ਆਪ ਦਾ ਭਲਾ ਜਾਣਨ ਵਾਸਤੇ ਇਸ ਨੇ ਰਹਿਣ ਦਿਵਸ ਲਾਗੇ ਸਰਕਾਰਨ। ਦਿਨ ਰਾਤ ਵੇਖਿਆ ਵੀ ਦਿਨ ਰਾਤ ਹੀ ਲੋਕੀ ਸੇਵਾ ਕਰਦੇ ਆ, ਨਾ ਰਾਤ ਸੌਂਦੇ ਆ ਇੱਥੇ ਸਿੱਖ, ਨਾ ਦਿਨੇ ਸੌਂਦੇ ਆ। ਦਿਨੇ ਵੀ ਸੇਵਾ ਅੰਮ੍ਰਿਤ ਸਰੋਵਰ ਦੀ, ਰਾਤ ਵੀ ਟੋਕਰੀ ਢੋਈ ਜਾਂਦੇ ਆ। ਇੰਨੀ ਸ਼ਰਧਾ ਇਹਨਾਂ ਸਿੱਖਾਂ ਦੇ ਵਿੱਚ ਹੈ। ਸਕਲ ਕਾਮਨਾ ਗੁਰ ਤੇ ਚਾਹੈ। ਤੇ ਜਾਣਿਆ ਵੀ ਸਾਰੇ ਹੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਇੱਛਾ ਪੂਰੀਆਂ ਚਾਹੁੰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਸਭ ਦੀਆਂ ਇੱਛਾ ਪੂਰੀਆਂ ਕਰਦੇ ਹਨ। ਦਰਬ ਦੇਤ ਅਰ ਸੇਵ ਉਮਾ ਹੈ। ਸੰਗਤਾਂ ਮਹਾਰਾਜ ਨੂੰ ਨਾਲੇ ਤਾਂ ਮੱਥਾ ਟੇਕਦੀਆਂ, ਪੈਸਾ ਲਿਆ ਲਿਆ ਕੇ ਦਿੰਦੀਆਂ, ਘਰਾਂ ਚੋਂ ਦਸਵੰਧ ਕੱਢ ਕੇ, ਨਾਲੇ ਘਰੋਂ ਅੰਨ ਲੈ ਕੇ ਆਉਂਦੀਆਂ ਸੰਗਤਾਂ, ਤੇ ਨਾਲੇ ਇੱਥੇ ਸੇਵਾ ਕਰਦੀਆਂ। ਇਹ ਗੰਗਾ ਰਾਮ ਬ੍ਰਾਹਮਣ ਵੇਖ ਵੇਖ ਕੇ ਹੈਰਾਨ ਹੁੰਦਾ ਵੀ ਇੰਨੀ ਸ਼ਰਧਾ ਸਿੱਖਾਂ ਵਿੱਚ। ਨਾਲੇ ਘਰੋਂ ਮਾਇਆ ਲਿਆ ਕੇ ਮਹਾਰਾਜ ਦੇ ਘਰ ਮੱਥਾ ਟੇਕਦੇ ਆ, ਨਾਲੇ ਇੱਥੇ ਸੇਵਾ ਕਰਦੇ ਆ, ਨਾਲੇ ਘਰੋਂ ਅੰਨ ਪ੍ਰਸ਼ਾਦਾ, ਰਸਤਾਂ, ਕਣਕਾਂ, ਦਾਲ ਇਤਿਆਦਿਕ ਚੌਲ ਲੈ ਲੈ ਕੇ ਮਹਾਰਾਜ ਦੇ ਘਰੇ ਪਹੁੰਚਦੇ ਆ। ਨਾਲੇ ਦਿੰਦੇ ਵੀ ਇੱਥੇ ਆ ਤੇ ਸੇਵਾ ਵੀ ਇੱਥੇ ਰਹਿ ਕੇ ਕਰਦੇ ਆ। ਧੰਨ ਹਨ ਇਹਨਾਂ ਦੇ ਸਿੱਖ ਸੱਚੇ ਪਾਤਸ਼ਾਹ ਦੇ। ਜਾਂ ਤੇ ਮੈਂ ਵੀ ਸੇਵਾ ਕਰਾਂ। ਤੇ ਇਹਦੇ ਮਨ ਵਿੱਚ ਆਏ ਵੀ ਇਸ ਕਰਕੇ ਮੈਂ ਵੀ ਹੁਣ ਇੱਥੇ ਸੇਵਾ ਕਰਾਂ।
ਇਹੋ ਜਿਹਾ ਘਰ ਵੇਖ ਕੇ ਰਿਹਾ ਨਹੀਂ ਜਾਂਦਾ। ਮਹਾਰਾਜ ਦੀ ਸੇਵਾ ਜ਼ਰੂਰ ਕਰਨੀ ਬਣਦੀ ਹੈ। ਸਰਧਾ ਸਤਿਗੁਰ ਕੀ ਔਰ ਤਰਾਂ। ਮੈਂ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ, ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਾਂ। ਹਜੂਰ ਦੇ ਚਰਨਾਂ ਦੀ ਸ਼ਰਧਾ ਮਨ ਵਿੱਚ ਧਾਰਨੀ ਕਰਾਂ, ਹੋਏ ਸੁਫਲ ਕੁਛ ਸੁਖ ਮੈਂ ਪਾਉ। ਤਾਂ ਕਿ ਮੇਰਾ ਵੀ ਇੱਥੇ ਸੰਸਾਰ ਤੇ ਆਇਆ ਸਫਲ ਹੋਵੇ। ਹੱਥ ਪੈਰ ਮੇਰੇ ਵੀ ਸਫਲੇ ਹੋਣ ਸੇਵਾ ਕਰਕੇ। ਮੈਂ ਵੀ ਇੱਥੋਂ ਕੁਝ ਪ੍ਰਾਪਤ ਕਰਾਂ, ਮੈਨੂੰ ਵੀ ਸੁੱਖ ਮਿਲ ਜਾਵੇਗਾ। ਤਬ ਮੈਂ ਸਿੱਖੀ ਭਲੇ ਕਮਾਊ। ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੇਵਾ ਕਰਕੇ ਮੈਂ ਵੀ ਚੰਗੀ ਸਿੱਖੀ ਕਮਾ ਲਵਾਂਗਾ। ਦਿਵਸ ਦੂਸਰੇ ਦੇਗ ਨ ਹੋਈ। ਇਸ ਤਰ੍ਹਾਂ ਦਿਜ ਬ੍ਰਾਹਮਣ ਨੇ ਵੇਖਿਆ, ਗੰਗਾ ਰਾਮ ਨੇ ਵੀ ਅੱਜ ਦੂਜਾ ਦਿਨ ਹੈ ਤੇ ਦੂਜੇ ਦਿਨ ਵੀ ਲੰਗਰ ਨਹੀਂ ਬਣਿਆ ਹੈ। ਇਹੋ ਅਵਸਰ ਮੁਝ ਅਪਰ ਨ ਕੋਈ। ਤੇ ਮਨ 'ਚ ਵਿਚਾਰਿਆ ਵੀ ਮਣਾ ਚੰਗਾ ਮੌਕਾ ਹੈ, ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਦੀ ਸਿੱਖੀ ਲੈਣ ਦਾ ਪਰਖ ਦਾ ਸਮਾਂ ਹੈ, ਚੰਗਾ ਮੌਕਾ ਹੈ। ਇਤਿਆਦਿਕ ਔਰ ਚਿਤਵਤ ਭਇਓ। ਵੀ ਕਿਉਂ ਨਾ ਮੈਂ ਆਪਦਾ ਸਾਰਾ ਹੀ ਜਿਹੜਾ ਵਪਾਰ ਵਾਸਤੇ, ਵੇਚਣ ਵਾਸਤੇ ਬਾਜਰਾ ਲੈ ਕੇ ਆਵਾਂ, ਮਹਾਰਾਜ ਦੇ ਭੰਡਾਰਿਆਂ ਵਿੱਚ ਪਾ ਦੇਵਾਂ। ਇਸ ਤਰ੍ਹਾਂ ਮਨ ਦੇ ਵਿੱਚ ਬੜੀ ਇੱਛਾ ਜਾਗੀ ਹੈ, ਮਨ ਵਿੱਚ ਹੋਰ ਵਿਚਾਰ ਕਰਦਾ ਹੈ। ਜਹ ਲੰਗਰ ਥਲ ਤਹ ਕੋਦ ਗਇਓ। ਤੇ ਇਹ ਵਿਚਾਰ ਕਰਕੇ ਨਾ ਜਿੱਥੇ ਗੁਰੂ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਲੰਗਰ ਲੱਗਦੇ ਆ, ਲੰਗਰ ਵਾਲੇ ਸਥਾਨ ਤੇ ਪਹੁੰਚਿਆ ਹੈ। ਬੂਝਣ ਕਰਿਓ ਦੇਗ ਕਿਮ ਚੱਲੈ। ਤੇ ਲਾਂਗਰੀ ਨੂੰ ਗੰਗਾ ਰਾਮ ਬ੍ਰਾਹਮਣ ਪੁੱਛਦਾ, ਭਾਈ ਗੁਰਸਿੱਖਾ ਇੱਥੇ ਲੰਗਰ ਭਲਾ ਕਿਹੜੀ ਰੀਤੀ ਨਾਲ, ਮਰਿਆਦਾ ਨਾਲ ਚੱਲਦਾ ਹੈ? ਕਿਹੋ ਤੇ ਅੰਨ ਰਾਸ ਨਿਤ ਮਿਲੈ। ਵੀ ਇੰਨੀ ਸੰਗਤ ਆਉਂਦੀ ਹੈ, ਇੰਨਾ ਲੰਗਰ ਪੱਕਦਾ ਹੈ, ਦੱਸ ਖਾਂ ਵੀ ਇੰਨਾ ਲੰਗਰ ਵਾਸਤੇ ਅੰਨ ਪ੍ਰਸ਼ਾਦਾ ਕਿੱਥੋਂ ਆਉਂਦਾ ਹੈ? ਕਿੱਥੋਂ ਮਾਇਆ ਆਉਂਦੀ, ਕਿੱਥੋਂ ਦਾਲਾਂ ਆਉਂਦੀਆਂ, ਕਿੱਥੋਂ ਇੰਨਾ ਆਟਾ ਆਉਂਦਾ ਹੈ? ਸਿੱਖਣ ਕਹਿਓ ਗ੍ਰਾਮ ਤੇ ਆਵੈ। ਤੇ ਲਾਂਗਰੀ ਸਿੱਖ ਕਹਿੰਦੇ, ਭਾਈ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਹੈ, ਸੰਗਤਾਂ ਲਈ ਆਉਂਦੀਆਂ, ਦਿਨ ਪ੍ਰਤ ਦਿਨ ਲਈ ਆਉਂਦੀਆਂ, ਪੱਕੀ ਜਾਂਦਾ। ਇਹ ਸਾਰਾ ਲੰਗਰ ਦਾ ਪ੍ਰਬੰਧ, ਲੰਗਰ ਦੀਆਂ ਰਸਤਾਂ ਸਿੱਖ ਸੰਗਤਾਂ ਆਪਣੇ ਪਿੰਡਾਂ ਚੋਂ, ਨਗਰਾਂ ਚੋਂ, ਘਰਾਂ ਚੋਂ ਲੈ ਆਉਂਦੀਆਂ ਨੇ। ਮਾਨਵ ਆਨ ਹਜ਼ਾਰੋਂ ਖਾਵੈ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਖਾਣ ਵਾਲੇ ਵੀ ਆ ਜਾਂਦੇ ਆ। ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਛਕਣ ਵਾਲੇ ਆ, ਉੱਥੇ ਵੱਡੇ ਵੱਡੇ ਸਿੱਖ ਜਿਹੜੇ ਦਾਨੀ ਆ, ਵੱਡੇ ਵੱਡੇ ਸ਼ਰਧਾ ਵਾਲੇ ਸਿੱਖ ਹੈ, ਸਾਰੀ ਜ਼ਮੀਨ ਦਾ ਅੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਭੇਂਟ ਕਰ ਜਾਂਦੇ ਆ। ਸਿੱਖ ਸੇਵਕ ਗੁਰ ਕੇ ਬਹੁ ਅੰਨ ਹੈ। ਇਸ ਤਰ੍ਹਾਂ ਬੜੇ ਸਿੱਖ ਸੇਵਕ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਆਉਂਦੇ, ਰੋਜ਼ ਬੜੀਆਂ ਸੰਗਤਾਂ ਆਉਂਦੀਆਂ ਹਨ। ਹੱਥ ਜੋੜ ਅਰਪਨ ਗਨ ਠਾਨ ਹੈ। ਵੀ ਨਾਲੇ ਹੱਥ ਜੋੜ ਕੇ ਮੱਥਾ ਟੇਕਦੀਆਂ ਹਜ਼ੂਰ ਨੂੰ, ਨਾਲੇ ਬੜੀ ਮਾਤਰਾ, ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਵੀ ਗੁਰੂ ਘਰ ਕਦੇ ਸਿੱਖ ਖਾਲੀ ਹੱਥ ਨਹੀਂ ਜਾਂਦਾ। ਜਦੋਂ ਜਾਊ ਚਾਹੇ ਸਾਧ ਸੰਗਤ ਜੀ ਫੁੱਲ ਤੋੜ ਕੇ ਹੀ ਲੈ ਜਾਵੇ, ਸਿੱਖ ਕੁਝ ਲੈ ਕੇ ਜ਼ਰੂਰ ਜਾਂਦਾ, ਕਿਉਂਕਿ ਖਾਲੀ ਹੱਥ ਮਹਾਰਾਜ ਦੇ ਦਰਸ਼ਨ ਨਹੀਂ ਕਰਦਾ। ਇਹ ਆਦਿ ਕਾਲ ਤੋਂ ਰੀਤੀ ਬਣੀ ਆਈ ਹੈ, ਮਰਿਆਦਾ ਹੈ। ਤੋ ਉਹ ਸਮਝਾਉਂਦਾ ਲਾਂਗਰੀ ਸਿੱਖ ਬ੍ਰਾਹਮਣ ਨੂੰ ਕਿ ਇਹ ਬ੍ਰਾਹਮਣ ਜੀ, ਜਦੋਂ ਵੀ ਇੱਥੇ ਸਿੱਖ ਆਉਂਦੇ ਕੁਝ ਨਾ ਕੁਝ ਲੈ ਕੇ ਆਉਂਦੇ ਆ, ਰਸਤਾਂ ਭੇਟ ਕਰਦੇ ਆ, ਮਹਾਰਾਜ ਦੇ ਦਰਸ਼ਨ ਕਰਦੇ ਆ, ਲੰਗਰਾਂ ਵਿੱਚ ਸੇਵਾ ਕਰਦੇ ਹਨ। ਨਿਤ ਅਟੁੱਟ ਸਤਿਗੁਰੂ ਭੰਡਾਰਾ। ਵੀ ਇਹ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਭੰਡਾਰੇ ਲੰਗਰ ਪਈ ਆ ਤਾਂ ਅਟੁੱਟ ਹਨ, ਰੋਜ਼ ਵਰਤਦੇ ਆ, ਖੁੱਲੇ, ਤੋੜ ਨਾ ਆਵੇ ਵੱਧਦੋ ਜਾਈ। ਇਹ ਤਾਂ ਰੋਜ਼ ਵਰਤਦੇ ਆ ਤੇ ਦਿਨ ਬਰ ਦਿਨ ਵੱਧਦੇ ਜਾਂਦੇ ਹਨ। ਚੱਲਿਓ ਜਾਏ ਸਦ ਇਸੀ ਪ੍ਰਕਾਰਾ। ਤੇ ਇਸ ਤਰ੍ਹਾਂ ਹੀ ਇੱਥੇ ਲੰਗਰ ਚੱਲਦਾ ਭਾਈ। ਸਿੱਖ ਸੰਗਤਾਂ ਰਸਤਾਂ ਲਈ ਆਉਂਦੀਆਂ, ਆਪ ਹੀ ਪਕਾਈ ਜਾਂਦੀਆਂ, ਆਪ ਹੀ ਛਕਾਈ ਜਾਂਦੇ ਆ। ਇੱਥੇ ਕੋਈ ਲਈ ਆਉਂਦਾ, ਕੋਈ ਲਈ ਜਾਂਦਾ, ਕੋਈ ਛਕੀ ਜਾਂਦਾ, ਕੋਈ ਛਕਾਈ ਜਾਂਦਾ, ਕੋਈ ਸੇਵਾ ਕਰੀ ਜਾਂਦਾ। ਇਸ ਤਰ੍ਹਾਂ ਭਾਈ ਇਹ ਦਰ ਦੀ ਖੁੱਲੀ ਮਰਿਆਦਾ। ਇਸ ਤਰ੍ਹਾਂ ਕੋਈ ਆਉਂਦਾ ਜਾਂਦਾ, ਇਹ ਖੇਡ ਬਣੀ ਆਉਂਦੀ ਹੈ। ਸੁਣ ਕਰ ਗੰਗਾ ਰਾਮ ਬਖਾਨਾ। ਸਿੱਖ ਲਾਂਗਰੀ ਤੋਂ ਸੁਣ ਕੇ ਗੰਗਾ ਰਾਮ ਬ੍ਰਾਹਮਣ ਬੋਲਿਆ ਹੈ। ਵੇਚਨ ਹੇਤ ਅੰਨ ਮੈਂ ਆਨਾ। ਕਹਿੰਦਾ ਭਾਈ ਗੱਲ ਸੁਣੋ, ਵੀ ਮੈਂ ਨਾ ਬਾਜਰਾ ਵੇਚਣ ਵਾਸਤੇ ਤੁਹਾਡੇ ਇੱਥੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਆਇਆ ਹੋਇਆ ਹਾਂ। ਨਗਰ ਬਠਿੰਡੇ ਬਾਸ ਹਮਾਰਾ। ਤੇ ਉਸ ਤਰ੍ਹਾਂ ਮੈਂ ਮਾਲਵੇ ਦੇਸ਼ ਦੇ ਰਹਿਣ ਵਾਲਾ ਬਠਿੰਡਾ ਜਿਹੜਾ ਨਗਰ ਹੈ, ਇੱਥੇ ਮੇਰਾ ਘਰ ਹੈ। ਲੈਣ ਲਾਭ ਕੋ ਹਿਤ ਭਗਤਾਰਾ। ਮੈਂ ਲਾਭ ਲੈਣ ਵਾਸਤੇ ਇੱਧਰ ਆਇਆ। ਵੀ ਮੈਂ ਸੁਣਿਆ ਵੀ ਇੱਧਰ ਮਾਝੇ 'ਚ ਅੰਨ ਮਹਿੰਗਾ ਵਿਕਦਾ ਹੈ। ਦੂਜੀ ਗੱਲ ਵੀ ਅੰਮ੍ਰਿਤਸਰ ਸਾਹਿਬ ਅੰਨ ਦੀ ਲਾਗਤ ਬਹੁਤ ਹੈ, ਇੱਥੇ ਸੰਗਤ ਦਾ ਇਕੱਠ ਬੜਾ ਹੁੰਦਾ।
ਤੇ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਮਾਲਵੇ ਤੋਂ ਮਾਝੇ ਵਿੱਚ ਅੰਮ੍ਰਿਤਸਰ ਸਾਹਿਬ ਇਸ ਸ਼ਹਿਰ ਤੁਹਾਡੇ ਵਿੱਚ ਆਪਦਾ ਬਾਜਰਾ ਵੇਚਣ ਵਾਸਤੇ ਆਇਆ, ਲਾਭ ਲੈਣ ਵਾਸਤੇ ਆਇਆ ਵੀ ਖੁੱਲੀ ਮਾਇਆ ਕਮਾ ਲਵਾਂਗੇ। ਆਜ ਦੇਗ ਲੈ ਮੁਝ ਤੇ ਕੀਜਹ। ਤੇ ਮੈਂ ਸਿੱਖੋ ਤੁਹਾਨੂੰ ਬੇਨਤੀ ਕਰਦਾ ਵੀ ਜੇ ਅੱਜ ਲੰਗਰ ਨਹੀਂ ਨਾ ਬਣਿਆ, ਰਸਤ ਨਹੀਂ ਹਾਜ਼ਰ ਹੋਈ, ਤੇ ਕੋਈ ਗੱਲ ਨਹੀਂ, ਅੱਜ ਮੇਰੇ ਪਾਸੋਂ ਇਹ ਸੇਵਾ ਮੈਨੂੰ ਦਿਓ। ਅੱਜ ਮੇਰੇ ਪਾਸੋਂ ਇਹ ਲੰਗਰ, ਇਹ ਬਾਜਰਾ ਲੈ ਲਓ, ਹੋਰ ਦਾਲਾਂ ਸੁੱਕੀਆਂ ਰਸਤਾਂ, ਤੇ ਅੱਜ ਲੰਗਰ ਬਣਾਉਣਾ ਕਰੋ। ਗਨ ਸੰਗਤ ਕੋ ਭੋਜਨ ਦੀਜਹ। ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਾਰੀ ਸੰਗਤ ਨੂੰ ਦਿੱਤਾ ਜਾਵੇ। ਸ਼ੁਦਿਤ ਰਹੇ ਸਭ 16 ਜਾਮ। ਕਿਉਂਕਿ 16 ਪਹਿਰ ਭਾਵ ਦੂਜਾ ਦਿਨ ਵੀ ਆ ਗਿਆ ਅੱਜ, ਤੇ ਸਾਰੀਆਂ ਸੰਗਤਾਂ ਕੱਲ ਦੀਆਂ ਭੁੱਖੀਆਂ ਹਨ। ਇਸ ਤੇ ਲਾਭ ਨ ਕੋ ਅਭਿਰਾਮ। ਤੇ ਇਸ ਤੋਂ ਵੱਡਾ ਲਾਭ ਕੀ ਹੋ ਸਕਦਾ ਵੀ ਭੁੱਖਿਆਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ। ਇਦੋਂ ਵੱਡਾ ਹੋਰ ਮੈਂ ਆਇਆ ਤਾਂ ਸਾਂ ਇੱਥੇ ਕਮਾਈ ਕਰਨ, ਲਾਭ ਲੈਣ ਵਾਸਤੇ, ਪਰ ਭੁੱਖਿਆਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਨਾਲੋਂ ਵੱਡਾ ਹੋਰ ਕੋਈ ਲਾਭ ਨਹੀਂ ਹੋ ਸਕਦਾ, ਕਮਾਈ ਨਹੀਂ ਹੋ ਸਕਦੀ ਹੈ। ਸਿੱਖ ਨੇ ਭਣਿਓ ਬੂਝ ਗੁਰ ਲਿਉ। ਤੇ ਲਾਂਗਰੀ ਸਿੱਖ ਕਹਿੰਦਾ ਭਾਈ ਜ਼ਰੂਰ ਸੇਵਾ ਲੈ, ਪਰ ਅਸੀਂ ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਾਂਗੇ ਵੀ ਇੱਕ ਬ੍ਰਾਹਮਣ ਇੱਕ ਦਿਨ ਦਾ ਸਾਰਾ ਹੀ ਲੰਗਰ ਦਾ ਖਰਚਾ ਸਿਰ ਲੈਣ ਨੂੰ ਫਿਰਦਾ, ਸਤਿਗੁਰਾਂ ਦੀ ਆਗਿਆ ਲਵਾਂਗੇ ਪਹਿਲਾਂ, ਤੋਹੇ ਅੰਨ ਪੁਨ ਦੇਗ ਕਰਿਉ। ਤੇ ਫੇਰ ਤੇਰੇ ਤੋਂ ਪ੍ਰਸ਼ਾਦ ਲੈ ਕੇ ਜਿਹੜਾ ਹੈ ਬਾਜਰਾ ਤੇ ਹੋਰ ਦਾਲਾਂ ਤੇ ਅਸੀਂ ਲੰਗਰ ਬਣਾ ਲਵਾਂਗੇ, ਪਹਿਲਾਂ ਮਹਾਰਾਜ ਦੀ ਆਗਿਆ ਲੈ ਆਈਏ। ਇਮ ਕਹਿ ਮਨ ਤੇ ਗਿਣਤਿਓ ਗਿਣਤੀ। ਤੇ ਇਸ ਤਰ੍ਹਾਂ ਸਿੱਖ ਮਨ ਵਿੱਚ ਗਿਣਤੀਆਂ ਵਿਚਾਰਾਂ ਕਰਦਾ ਹੋਇਆ ਜਾਏ ਕੀਨ ਪ੍ਰਭ ਅੱਗੇ ਬਿਨਤੀ। ਲਾਂਗਰੀ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਜਾ ਕਰਕੇ ਬੇਨਤੀ ਕੀਤੀ ਹੈ। ਜੰਗਲ ਤੇ ਇੱਕ ਇਤ ਦਿਜ ਆਇਓ। ਆਖਿਆ ਹੈ ਦੀਨਾ ਬੰਧੂ ਸੱਚੇ ਪਾਤਸ਼ਾਹ ਜੀ, ਮਹਾਰਾਜ ਇੱਕ ਜੰਗਲ ਦੇਸ਼ ਤੋਂ, ਭਾਵ ਜਿਹੜਾ ਮਾਲਵਾ ਸਾਧ ਸੰਗਤ ਜੀ ਨੂੰ ਜੰਗਲ ਦੇਸ਼ ਆਂਦੇ ਰਹੇ ਹੁਣ ਤੀਕਰ, ਬਸੋਂ ਬਹੁਤ ਥੋੜੀ ਸੀ ਤੇ ਜੰਗਲ ਇਲਾਕਾ ਸੀ। ਇੱਥੇ ਬ੍ਰਿਛ ਸੰਘਲੇ ਜੰਗਲ ਰਹੇ ਆ, ਘਾਹ ਝਾੜ ਬੂਟ, ਕਿਉਂਕਿ ਜ਼ਮੀਨ ਆਬਾਦ ਨਹੀਂ ਸੀ ਹੋਈ, ਸਾਰੀ ਬੰਜਰ ਸੀ, ਇੱਥੋਂ ਦੀ ਵਾਂਦ ਨਹੀਂ ਸੀ ਹੈ। ਇਸ ਕਰਕੇ ਇਹਨੂੰ ਹੁਣ ਤੀਕਰ ਪੁਰਾਣਿਆਂ ਇਤਿਹਾਸਾਂ ਵਿੱਚ ਜੰਗਲ ਦੇਸ਼ ਆਖਦੇ ਸੀ। ਸਤਲੁਜ ਬਿਆਸ ਦਰਿਆ ਤੋਂ ਉਰੇ ਤੋਂ ਫਿਰ ਜਦੋਂ ਸਿੱਖ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਜੰਗਲ ਦੇਸ਼ ਤੋਂ ਭਾਵ ਮਾਲਵੇ ਦੇ ਕਿਸੇ ਬਠਿੰਡੇ ਨਾਮ ਦੇ ਨਗਰ ਤੋਂ ਇੱਕ ਮਹਾਰਾਜ ਬ੍ਰਾਹਮਣ ਇੱਥੇ ਆਇਆ ਹੈ। ਵੇਚਣ ਹੇਤ ਬਾਜਰਾ ਲਿਆਇਓ। ਉਹ ਬਾਜਰਾ ਵੇਚਣ ਵਾਸਤੇ ਇੱਥੇ ਆਇਆ, ਬੜੀ ਖੁੱਲੀ ਮਾਤਰਾ ਵਿੱਚ ਗੱਡੇ ਭਰ ਕੇ ਬਾਜਰਾ ਲਿਆਇਆ ਹੈ। ਸੋ ਅਬ ਦੇਗ ਕਰਾਵਨ ਚਾਹੈ। ਤੇ ਮਹਾਰਾਜ ਉਹ ਰਸਤਾਂ ਆਈਆਂ ਨਹੀਂ ਹਨ, ਤੇ ਉਹ ਜਿਹੜਾ ਬ੍ਰਾਹਮਣ ਹੈ ਨਾ ਉਹ ਦੇਗ ਕਰਾਉਣ ਨੂੰ ਫਿਰਦਾ, ਕਹਿੰਦਾ ਵੀ ਇਹ ਲੰਗਰ ਸਾਰਾ ਮੈਂ ਬਣਾਵਾਂਗਾ, ਭਾਵ ਮੇਰੇ ਵੱਲੋਂ ਅੱਜ ਇਹ ਲੰਗਰ ਲਾਇਆ ਜਾਵੇ, ਵੀ ਇਹ ਰਸਤਾ ਲੰਗਰ ਵਿੱਚ ਅੱਜ ਮੈਂ ਪਾਵਾਂਗਾ। ਕਰਹਿ ਸੋ ਹੁਕਮ ਜਿਰਾਵਰ ਕਹੈ। ਤੇ ਜਿਹੜਾ ਆਪ ਜੀ ਹੁਕਮ ਕਰੋਗੇ ਫਿਰ ਅਸੀਂ ਉਹਨੂੰ ਦੱਸ ਦਈਏ, ਵੀ ਅਸੀਂ ਉਹਨੂੰ ਆਖਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਤੋਂ ਪੁੱਛ ਕੇ ਤੈਨੂੰ ਦੱਸਦੇ ਆ, ਮਹਾਰਾਜ ਦੱਸੋ ਕਿਵੇਂ ਕਰਨਾ। ਵੀ ਉਹ ਇੱਕ ਦਿਨ ਦਾ ਸਾਰਾ ਲੰਗਰ ਦਾ ਖਰਚਾ ਸਿਰ ਲੈਣ ਨੂੰ ਫਿਰਦਾ, ਕੀ ਕਹੀਏ ਉਹਨੂੰ, ਆਪ ਜੀ ਹੁਕਮ ਕਰੋ ਜੀ। ਸਤਿਗੁਰ ਸ਼੍ਰੀ ਮੁਖ ਤੇ ਫੁਰਮਾਇਓ। ਗਰੀਬ ਨਵਾਜ ਨੇ ਆਪਣੇ ਸ਼੍ਰੀ ਮੁਖ ਤੋਂ ਇਸ ਤਰ੍ਹਾਂ ਸਿੱਖ ਨੂੰ ਆਖਿਆ ਹੈ। ਲੇਹੋ ਤੋਲ ਜੇ ਤਿਕ ਮਨ ਪਾਇਓ। ਮਾਰੇ ਕਹਿੰਦੇ ਜਿੰਨੇ ਅੰਨ ਦੀ ਲੋੜ ਹੈ ਨਾ ਭਾਈ ਲੰਗਰ ਵਿੱਚ, ਤੇ ਇਹ ਗੰਗਾ ਰਾਮ ਬ੍ਰਾਹਮਣ ਤੋਂ ਸਾਰਾ ਅੰਨ ਬਾਜਰਾ ਦਾਲਾਂ ਤੋਲ ਕੇ ਲੈਣੀਆਂ, ਤੋਲ ਕੇ ਦੇ ਤੋਂ ਸਾਰਾ ਅੰਨ ਲੈ ਲਿਆ ਜਾਵੇ। ਮੇਲਾ ਜਬ ਹੈ ਵਿਸਾਖੀ ਹੋਏ। ਤੇ ਬ੍ਰਾਹਮਣ ਨੂੰ ਆਖਿਆ ਵੀ ਆਖਣਾ ਵੀ ਜਦੋਂ ਵਿਸਾਖੀ ਆਉਣ ਵਾਲੀ ਨਾ, ਅੱਗੇ ਜਦੋਂ ਵਿਸਾਖੀ ਦਾ ਮੇਲਾ ਹੋਵੇਗਾ, ਆਏ ਜੇ ਦਰਬ ਦੇਹ ਤੇ ਹਸੋਏ। ਤੇ ਉਦੋਂ ਇੱਥੇ ਮਾਇਆ ਖੁੱਲੀ ਆਵੇਗੀ, ਸੰਗਤਾਂ ਦਾ ਇਕੱਠ ਵੱਡਾ, ਜਦੋਂ ਵਿਸਾਖੀ ਦਾ ਜੋੜ ਮੇਲਾ ਹੋਵੇਗਾ ਉਦੋਂ ਖੁੱਲੀ ਮਾਇਆ ਭਾਈ ਸਾਡੇ ਪਾਸ ਆਵੇਗੀ, ਤੇ ਵਿਸਾਖੀ ਤੋਂ ਬਾਅਦ ਤੈਨੂੰ ਮਾਇਆ ਦੇਵਾਂਗੇ, ਉਧਾਰ ਰਿਹਾ ਤੇਰੇ ਸਿਰ ਤੇ ਅੰਨ ਇੱਥੇ ਲੰਗਰਾਂ ਵਿੱਚ ਭੇਜਣਾ ਹੈ। ਸੁਣ ਕਰ ਲੀਨ ਬਾਜਰਾ ਸੋ ਮਨ। ਤੇ ਇਸ ਤਰ੍ਹਾਂ ਜਿਹੜਾ ਹੈ ਉਹ ਜਾ ਕੇ ਸਿੱਖ ਨੇ ਆਖਿਆ ਵੀ ਭਾਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਜਿੰਨਾ ਬਾਜਰਾ ਸਾਨੂੰ ਲੋੜ ਲੈ ਲਵਾਂਗੇ, ਮਾਇਆ ਤੈਨੂੰ ਮਿਲੂਗੀ ਵਿਸਾਖੀ ਤੋਂ ਬਾਅਦ। ਤੋਂ ਮੰਨਿਆ ਸਿੱਖ ਨੇ ਜਾ ਦੱਸਿਆ 100 ਮਣ ਸਾਧ ਸੰਗਤ ਜੀ ਬਾਜਰਾ ਜਿਹੜਾ ਨਾ ਉਹ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਇਹਦੇ ਤੋਂ ਤੋਲ ਕੇ ਲੈ ਲਿਆ ਹੈ। ਕਰਕੇ ਦੇਗ ਅਚਾਈ ਤਤ ਛਿਨ। ਤੇ ਦਵਾ ਦਵ ਲੰਗਰ ਤਿਆਰ ਕੀਤਾ, ਬਾਜਰੇ ਦੀ ਰੋਟੀ ਬਣੀ,
ਤੇ ਫਿਰ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਛਕਾਇਆ ਹੈ। ਦਿਵਸ ਦੂਸਰੇ ਤੈਸੇ ਭਇਓ, ਤੇ ਦੂਸਰਾ ਦਿਨ ਫਿਰ ਚੜਿਆ ਤੇ ਕੋਈ ਨਾ ਲੈ ਕੇ ਆਇਆ। ਫਿਰ ਅਗਲੇ ਦਿਨ ਰਸਤ ਫੇਰ ਨਾ ਆਈ, ਲੰਗਰ ਫੇਰ ਨਹੀਂ ਬਣਿਆ ਹੈ। ਕਿਤ ਤੇ ਅੰਨ ਨ ਆਵਨ ਥਿਓ, ਵੀ ਮਹਾਰਾਜ ਕਲਾ ਹੀ ਇਹੋ ਜਿਹੀ ਵਰਤਾ ਰਹੇ। ਅਗਲੇ ਦਿਨ ਫੇਰ ਕੋਈ ਵੀ ਨਾ ਅੰਨ ਲੈ ਕੇ ਆਇਆ, ਕਣਕ ਬਾਜਰਾ ਚੌਲ ਕੋਈ ਸੁੱਕੀ ਰਸਤ ਦਾਲਾਂ, ਫੇਰ ਕੋਈ ਸੰਗਤ ਲੈ ਕੇ ਨਹੀਂ ਆਈ ਹੈ। ਧਰ ਸ਼ਰਧਾ ਔਰ ਗੰਗਾ ਰਾਮ, ਤੇ ਇਹ ਗੰਗਾ ਰਾਮ ਬ੍ਰਾਹਮਣ ਨੇ ਆਪਦੇ ਮਨ ਵਿੱਚ ਬੜੀ ਸ਼ਰਧਾ ਰੱਖੀ ਹੈ। ਕਰਤ ਭਇਓ ਤੈਸੇ ਤਬ ਕਾਮ, ਤੇ ਜਿਵੇਂ ਫਿਰ ਇਹਨੇ ਕੱਲ 100 ਮਣ ਬਾਜਰਾ ਮਹਾਰਾਜ ਦੇ ਲੰਗਰਾਂ ਵਿੱਚ ਪਾਇਆ ਸੀ, ਅਗਲੇ ਦਿਨ ਫੇਰ ਨਾ ਜਦੋਂ ਰਸਤ ਪਹੁੰਚੀ ਤੇ 100 ਮਣ ਬਾਜਰਾ ਨੇ ਫੇਰ ਲੰਗਰ ਵਿੱਚ ਪਾਇਆ ਹੈ। ਸਾਮਨ ਤੋਲ ਦਿਓ ਤਿਸ ਤਾਈ, ਦੂਜੇ ਦਿਨ ਫੇਰ ਸਿੱਖਾਂ ਸੰਗਤਾਂ ਨੂੰ ਇਹਨੇ ਲਾਂਗਰੀ ਨੂੰ 100 ਮਣ ਬਾਜਰਾ ਤੋਲ ਕੇ ਦੇ ਦਿੱਤਾ ਹੈ। ਭਈ ਦੇਗ ਸੰਗਤ ਤ੍ਰਿਪਤਾਈ, ਦੂਜੇ ਦਿਨ ਫੇਰ ਲੰਗਰ ਬਣਿਆ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੇ ਛਕਿਆ, ਖੁਸ਼ ਹੋਈਆਂ ਨੇ, ਰੱਜੀਆਂ ਨੇ। ਦਿਵਸ ਤੀਸਰੇ ਦੇਖਿਓ ਤੈਸੇ, ਤੇ ਫੇਰ ਤੀਜਾ ਦਿਨ ਚੜਿਆ, ਤੀਜੇ ਦਿਨ ਫੇਰ ਕੋਈ ਰਸਤ ਨਾ ਲੈ ਕੇ ਆਇਆ, ਲੰਗਰ ਫੇਰ ਨਹੀਂ ਬਣਿਆ ਹੈ। ਸਾਮਨ ਦੀਨ ਪ੍ਰਥਮ ਹੀ ਜੈਸੇ, ਤੇ ਜਿਵੇਂ ਪਹਿਲਾਂ 2 ਦਿਨ 100 ਮਾਣੇ ਬ੍ਰਾਹਮਣ ਨੇ ਬਾਜਰਾ ਦਿੱਤਾ, ਤੀਜੇ ਦਿਨ ਫੇਰ 100 ਮਣ ਬਾਜਰਾ ਲੰਗਰਾਂ ਵਿੱਚ ਭੇਜ ਦਿੱਤਾ ਹੈ। ਦੇਗ ਬਨਹਿ ਸੰਗਤ ਤ੍ਰਿਪਤਾਵਹਿ, ਇਹ 100 ਮਣ ਬਾਜਰਾ ਪਾ ਦਿੰਦਾ ਲੰਗਰ ਵਿੱਚ, ਲੰਗਰ ਪੱਕ ਜਾਂਦਾ, ਸੰਗਤਾਂ ਛਕ ਲੈਂਦੀਆਂ ਹਨ। ਸਰ ਕੀ ਸਭ ਹੀ ਕਾਰ ਕਮਾਵਹਿ, ਤੇ ਇਸ ਤਰ੍ਹਾਂ ਸੰਗਤਾਂ ਸੇਵਾ ਕਰਦੀਆਂ। ਪਾਵਨ ਸਰੋਵਰ ਦੀ ਇੱਟਾਂ ਦੀ ਸੇਵਾ ਹੋ ਰਹੀ, ਪੱਕਾ ਹੋਣ ਦੀ ਸੇਵਾ ਕਰਦੀਆਂ ਨੇ। ਪੰਜ ਦਿਵਸ ਲਗ ਤੈਸੇ ਕੀਨੋ, ਤੇ 5 ਦਿਨ ਤੱਕ ਇਹ ਕਲਾ ਵਰਤੀ, ਪਰਖ ਕੀਤੀ ਮਹਾਰਾਜ ਨੇ। ਵਪਾਰੀ ਬ੍ਰਾਹਮਣ ਨੇ 5 ਦਿਨ 100 ਮਣ ਬਾਜਰਾ, ਭਾਵ 500 ਮਣ ਬਾਜਰਾ ਜਿਹੜਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲੰਗਰਾਂ ਵਿੱਚ ਭੇਜਿਆ ਹੈ। ਅੰਨ ਪੰਜ ਸੈ ਮਨ ਤਿਹੁ ਦੀਨੋ, 500 ਮਣ ਜਿਹੜਾ ਅੰਨ ਹੈ, ਬਾਜਰਾ ਦਾਲਾਂ, ਇਹ ਬ੍ਰਾਹਮਣ ਨੇ ਗੰਗਾ ਰਾਮ ਨੇ ਮਹਾਰਾਜ ਨੂੰ ਭੇਂਟ ਕੀਤੀਆਂ ਹਨ। ਰਹਿਓ ਪਿਖਤ ਪੁਨ ਸਭ ਵਿਵਹਾਰ, ਤੇ ਫਿਰ ਨਾਲੇ ਇੱਥੇ ਅੰਮ੍ਰਿਤਸਰ ਸਾਹਿਬ ਰਹਿ ਕੇ ਸਿੱਖਾਂ ਨੂੰ ਸੇਵਾ ਕਰਦਿਆਂ ਵੇਖਦਾ ਹੈ, ਹੋਰ ਇਥੋਂ ਦੇ ਦਰ ਘਰ ਦੀ ਮਰਿਆਦਾ ਵੇਖਦਾ ਹੈ। ਦਿਨ ਪ੍ਰਤ ਹੋਤ ਤਾਲ ਕੀ ਕਾਰ, ਇਹ ਬ੍ਰਾਹਮਣ ਗੰਗਾ ਰਾਮ ਵੇਖਦਾ ਹੈ ਵੀ ਦਿਨ ਰਾਤ ਇੱਥੇ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਹੁੰਦੀ ਹੈ, ਪੱਕਾ ਹੋਣ ਦੀ, ਇੱਟਾਂ ਢੋਣ ਦੀ, ਚੂਨੇ ਦੀ ਚੂਨਾ ਪੀਣ ਦੀ, ਲੰਗਰਾਂ ਵਿੱਚ ਲੰਗਰ ਬਣਦਾ ਹੈ, ਕੋਈ ਬਾਲਣ ਲਿਆ ਕੇ ਇੱਟਾਂ ਪਕਾਉਂਦੇ ਹੈ, ਸਾਰੀ ਸੇਵਾ ਹੁੰਦੀ ਏ ਵੇਖਦਾ ਹੈ। ਅੰਨ ਹਜ਼ਾਰਾਂ ਮਨ ਅਰ ਪਾਵਹਿ, ਤੇ ਹਜ਼ਾਰਾਂ ਮਣ ਅੰਨ ਜਿਹੜਾ ਨਾ ਰੋਜ਼ ਸੰਗਤਾਂ ਲਿਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਲੰਗਰਾਂ ਵਿੱਚ ਪਾਉਂਦੀਆਂ ਹਨ। ਆਨ ਸਿੱਖ ਪੁਨਕਾਰ ਕਮਾਵਹਿ, ਤੇ ਸਿੱਖ ਘਰਾਂ ਚੋਂ ਪਰਿਵਾਰਾਂ ਨਾਲ ਆ ਕੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਗੁਰੂ ਘਰ ਦੀ ਸੇਵਾ ਕਰਦੇ, ਟੋਕਰੀ ਢੋਂਦੇ ਆ। ਧਨੀ ਪੁਰਖ ਧਨ ਦੇਤ ਚੜਾਏ, ਬਹੁਤ ਵੱਡੇ ਵੱਡੇ ਧਨਾੜ ਸ਼ਾਹੂਕਾਰ ਜਿਹੜੇ ਸਰੀਰ ਕਰਕੇ ਸੇਵਾ ਨਹੀਂ ਕਰ ਸਕਦੇ, ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੇ ਮਾਇਆ ਨਾਲ ਸੇਵਾ ਕਰਦੇ, ਖੁੱਲੀ ਮਾਇਆ ਦਿੰਦੇ ਆ, ਜਾਂ ਆਪਦੇ ਨਾਲ ਮਜ਼ਦੂਰ ਲੈ ਕੇ ਆਉਂਦੇ, ਉਹਨਾਂ ਨੂੰ ਦਿਹਾੜੀ ਦਿੰਦੇ ਆ ਤੇ ਗੁਰੂ ਘਰ ਦੀ ਸੇਵਾ ਕਰਵਾਉਂਦੇ ਹਨ। ਪੁੰਨ ਨਿਜ ਕਰ ਸੋ ਸੇਵ ਕਮਾਏ, ਤੇ ਕੁਝ ਜਿਹੜੇ ਆਪਦੇ ਹੱਥਾਂ ਦੇ ਨਾਲ ਸੇਵਾ ਕਰਦੇ ਆ, ਕੋਈ ਧਨ ਨਾਲ ਸੇਵਾ ਕਰਦਾ, ਕੋਈ ਤਨ ਨਾਲ ਸਰੀਰ ਨਾਲ ਕਰ ਰਿਹਾ ਹੈ। ਹੇਰ ਹੇਰ ਸਿੱਖਣ ਕੀ ਰੀਤ, ਇਹ ਸਿੱਖਾਂ ਦਾ ਪ੍ਰੇਮ, ਸਿੱਖਾਂ ਦੀ ਮਰਿਆਦਾ, ਸਿੱਖਾਂ ਦਾ ਸੇਵਾ ਦੇ ਨਾਲ ਪ੍ਰੇਮ, ਮਹਾਰਾਜ ਦੇ ਚਰਨਾਂ ਦੀ ਸ਼ਰਧਾ, ਸਿੱਖਾਂ ਦੇ ਵਿੱਚ ਪ੍ਰੇਮ ਵੇਖ ਵੇਖ ਕੇ ਬੜਾ ਹੈਰਾਨ ਹੁੰਦਾ ਹੈ। ਦਿਜ ਬਰ ਕੈ ਉਪਜਤ ਚਿਤ ਪ੍ਰੀਤ, ਤੇ ਇਹ ਵਪਾਰੀ ਬ੍ਰਾਹਮਣ ਦੇ ਮਨ ਵਿੱਚ ਵੀ ਪ੍ਰੇਮ ਹੋ ਰਿਹਾ, ਦਿਨੋਂ ਦਿਨ ਵੀ ਇਹੋ ਜਿਹਾ ਦਰ ਹੈ ਭਾਈ, ਸਿੱਖ ਇੰਨਾ ਪ੍ਰੇਮ ਇੱਕ ਦੂਜੇ ਨੂੰ ਕਰਦੇ ਆ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਮਾਇਆ ਰੋਜ਼ ਆ ਰਹੀ ਹੈ, ਲੱਖਾਂ ਮਣ, ਹਜ਼ਾਰਾਂ ਮਣ ਅੰਨ ਜਿਹੜਾ ਗੁਰੂ ਕੇ ਲੰਗਰਾਂ ਵਿੱਚ, ਤੇ ਲੱਖਾਂ ਹੀ ਪ੍ਰਾਣੀ ਜਿਹੜੇ ਛਕ ਰਹੇ ਹਨ। ਹੁਣ ਵੀ ਖਾਲਸਾ ਜੀ 1 ਲੱਖ ਪ੍ਰਾਣੀ ਜਿਹੜਾ ਨਾ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਰਸੋਈ ਚੋਂ, ਲੰਗਰ ਚੋਂ 1 ਲੱਖ ਪ੍ਰਾਣੀ ਨਿਤਾ ਪ੍ਰਤੀ ਪ੍ਰਸ਼ਾਦਾ ਛਕਦਾ ਹੈ। 25-25 ਮਣ ਦਾਲ ਬਣਦੀ ਅੱਜ ਵੀ। 2 ਲੱਖ ਤੋਂ ਉੱਪਰ ਪ੍ਰਸ਼ਾਦਾ ਖਾਲਸਾ ਜੀ ਨਿਤ ਪੱਕਦਾ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ। 1 ਲੱਖ ਸ਼ਰਧਾਲੂ ਨਿਤਾ ਪ੍ਰਤੀ ਪ੍ਰਸ਼ਾਦਾ ਛਕਣ ਵਾਲਾ ਹੈ। ਫਿਰ ਇਹੋ ਜਿਹਾ ਲੰਗਰ ਹੈ ਗੁਰੂ ਰਾਮਦਾਸ ਮਹਾਰਾਜ ਦਾ,
ਜਿਹਨੂੰ ਕਦੇ ਜਿੰਦਾ ਨਹੀਂ ਲੱਗਾ ਜਿਉਂ ਬਣਿਆ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕਰਕੇ ਹੁਣ ਤੀਕਰ ਖਾਲਸਾ ਜੀ ਦਿਨ ਰਾਤ ਇੱਕ ਰਸ ਚੱਲਦਾ ਹੈ। ਸੰਗਤਾਂ ਛਕਦੀਆਂ, ਪਹਿਲਾ ਪੂਰ ਉੱਠ ਜਾਂਦਾ, ਉੱਪਰ ਬਿਠਾ ਦਿੰਦੇ ਆ। ਹੁਣ ਤਾਂ 2-3 ਪੋਰਸ਼ਨ ਬਣੇ ਹੋਏ ਆ, ਉੱਪਰ ਬਿਠਾ ਦਿੰਦੇ ਆ। ਹੇਠਾਂ ਧਵਾਈ ਹੋ ਜਾਂਦੀ, ਫਿਰ ਹੇਠਾਂ ਸੰਗਤਾਂ, ਉੱਪਰ ਸੰਗਤਾਂ। ਮੇਰਾ ਖਿਆਲ ਹੁਣ 3 ਮੰਜ਼ਲਾਂ ਹੋ ਚੱਲਿਆ। ਤੋ ਇਸ ਤਰ੍ਹਾਂ ਨਿਤਾ ਪ੍ਰਤੀ ਇੱਕ ਰਸ ਜਿਹੜਾ ਉਹ ਪ੍ਰਸ਼ਾਦਾ ਵਰਤਦਾ, ਲੰਗਰ ਵਰਤਦਾ ਹੈ, ਦਿਨ ਰਾਤ ਫਿਰ ਵਰਤਦਾ ਹੈ, ਕੋਈ ਤੋਟ ਨਹੀਂ ਹੈ। ਲੱਖਾਂ ਇਹ ਅੰਨ ਸਾਧ ਸੰਗਤ ਫਿਰ ਮੁੱਲ ਨਹੀਂ ਲੈਣਾ ਪੈਂਦਾ। ਅੰਮ੍ਰਿਤਸਰ ਸਾਹਿਬ ਸਾਰਾ ਅੰਨ ਹੁਣ ਤੀਕਰ ਸੰਗਤਾਂ ਲੈ ਲੈ ਕੇ ਆਉਂਦੀਆਂ ਨੇ। ਸਾਰੀ ਰਸਤ ਜਿੰਨੀ ਅੰਮ੍ਰਿਤਸਰ ਸਾਹਿਬ ਜਿੰਨਾ ਅੰਨ ਪ੍ਰਸ਼ਾਦਾ 25-25 ਮਣ ਦਾਲ ਨਿਤਾ ਪ੍ਰਤੀ ਜਿਹੜੀ ਬਣਦੀ ਹੈ, ਤੋ ਇਹ ਸਾਰਾ ਰਸਤ ਦਾ ਪ੍ਰਬੰਧ ਖਾਲਸਾ ਜੀ ਸੰਗਤਾਂ ਕਰਦੀਆਂ। ਨਾਲ ਇੱਕ ਪਾਸੇ ਉਸ ਲੰਗਰ ਦੇ ਖੱਬੇ ਹੱਥ ਜਿੱਥੇ ਸੱਚੇ ਪਾਤਸ਼ਾਹ ਦੇ ਘਰ ਲੰਗਰ ਪੱਕਦਾ, ਮਾਈ ਭਾਈ ਜਿੱਥੇ ਪ੍ਰਸ਼ਾਦਾ ਪਕਾਉਣ ਵਾਸਤੇ, ਆਟਾ ਗੁੰਨ੍ਹਣ ਵਾਸਤੇ ਮਾਈ ਭਾਈ ਸਿੱਖ ਸੰਗਤਾਂ ਦਾਲਾਂ ਲੰਗਰਾਂ ਦੀ ਸੇਵਾ ਕਰਨ ਵਾਸਤੇ ਵਾਰੀ ਨਹੀਂ ਮਿਲਦੀ, ਉਡੀਕਣਾ ਪੈਂਦਾ। ਫਿਰ ਉੱਥੇ ਜੇ ਸਾਧ ਸੰਗਤ ਉਰੇ ਆ ਜਾਈਏ ਬਰਤਨ ਸਾਫ਼ ਕਰਨ ਵਾਲੇ ਥਾਂ 'ਤੇ 2-2 4-4 ਘੰਟੇ ਉਡੀਕਣਾ ਪੈਂਦਾ, ਫੇਰ ਜਾ ਕੇ ਕਿਤੇ ਹੱਥ ਵਿੱਚ ਥਾਲ ਆਉਂਦਾ। ਉਸ ਘਰ ਵਿੱਚ ਛਕਣ ਵਾਲੇ ਵੀ ਬੜੇ ਹੈ। ਜੇ 2-2 ਲੱਖ ਪ੍ਰਾਣੀ ਨਿਤ ਪ੍ਰਸ਼ਾਦਾ ਛਕਦਾ ਅੰਮ੍ਰਿਤਸਰ ਸਾਹਿਬ, ਅਤੇ ਸਾਧ ਸੰਗਤ ਜੀ ਉਹ ਇੰਨੀ ਰਸ ਦਾ ਪ੍ਰਬੰਧ ਕਰਨ ਵਾਲੇ ਸਿੱਖ ਵੀ ਹੈ। ਇੰਨੀ ਸੰਗਤ ਦੇ ਜੂਠੇ ਬਰਤਨ ਸਾਫ਼ ਕਰਨ ਵਾਲੀ ਸ਼ਰਧਾ ਵਾਲੀ ਸੰਗਤ ਵੀ ਹੈ। ਤੋ ਐਡਾ ਵੱਡਾ ਪ੍ਰਬੰਧ ਸਿੱਖ ਸੰਗਤਾਂ ਉੱਥੇ ਸਾਂਭਦੀਆਂ। ਕਵੀ ਰਾਜ ਉਹ ਸਮੇਂ ਦੀ ਗੱਲ ਲਿਖ ਰਹੇ ਆ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਣ 'ਤੇ ਸੁਭਾਏਮਾਨ ਹਨ। ਤੋ ਗੰਗਾ ਰਾਮ ਬ੍ਰਾਹਮਣ ਆਇਆ ਤਾਂ ਵਪਾਰ ਕਰਨ, ਪਰ ਵੇਖ ਕੇ ਹੈਰਾਨ ਰਹਿ ਗਿਆ ਇਸ ਘਰ ਦਾ ਦਾਓ, ਇਸ ਘਰ ਦੀ ਮਰਿਆਦਾ, ਸ਼ਾਨੋ ਸ਼ੌਕਤ। ਕਿੰਨਾ ਅੰਨ ਸੰਗਤਾਂ ਲਿਆ ਕੇ ਮਹਾਰਾਜ ਦੇ ਚਰਨੀ ਭੇਂਟ ਕਰਦੀਆਂ ਹਨ। ਵੇਖ ਵੇਖ ਕੇ ਸਿੱਖਾਂ ਦੇ ਮਨ ਵਿੱਚ ਸ਼ਰਧਾ ਦੀ ਭਾਵਨਾ, ਮਹਾਰਾਜ ਦੇ ਚਰਨਾਂ ਸੇਵਾ ਕਰਨੀ, ਸੇਵਾ ਦੀ ਭਾਵਨਾ ਵੇਖ ਵੇਖ ਇਸ ਬ੍ਰਾਹਮਣ ਦੇ ਮਨ ਵਿੱਚ ਬੜਾ ਸਿੱਖੀ ਪ੍ਰਾਪਤ ਕਰਨ ਦਾ, ਗੁਰੂ ਕੇ ਸਿੱਖ ਬਣਨ ਦਾ ਪ੍ਰੇਮ ਜਾਗ ਰਿਹਾ ਹੈ। ਮਿਲ ਸਭ ਹਿਨ ਮੈਂ ਕਰਬੇ ਲੱਗਿਓ। ਇਹ ਰਿਹਾ ਨਾ ਗਿਆ ਫਿਰ ਇਸ ਗੰਗਾ ਰਾਮ ਬ੍ਰਾਹਮਣ ਤੋਂ। ਇਹ ਵਪਾਰੀ ਸੀਗਾ ਜਿਹਨੇ ਕਦੇ ਸੇਵਾ ਨੂੰ ਹੱਥ ਨਹੀਂ ਲਾਇਆ। ਰਿਹਾ ਨਾ ਗਿਆ ਸੰਗਤਾਂ ਨੂੰ ਸੇਵਾ ਕਰਦਿਆਂ, ਤੇ ਇਹਨੇ ਵੀ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੇਵਾ ਵਾਸਤੇ ਜਾ ਸਿਰ ਤੇ ਟੋਕਰੀ ਚੁੱਕੀ ਹੈ। ਸੇਵਾ ਸਰ ਕੀ ਪ੍ਰੇਮੈ ਪਗਿਓ। ਤੇ ਸੇਵਾ ਕਰਨ ਲੱਗਿਆ ਸਰੋਵਰ ਦੀ, ਖੁਦਾਈ ਦੀ, ਸਰੋਵਰ ਬਣਦੇ ਦੀ ਸੇਵਾ ਕਰਨ ਲੱਗਿਆ, ਬੜਾ ਪ੍ਰੇਮ ਵਿੱਚ ਰੰਗਿਆ ਗਿਆ ਹੈ। ਦਿਨ ਪ੍ਰਤ ਸ਼ਰਧਾ ਅਧਿਕ ਵਧਾਵੈ। ਬੜੀ ਸੇਵਾ ਕਰਦਾ, ਦਿਨ ਰਾਤ ਸੇਵਾ ਕਰਦਾ, ਮਨ ਵਿੱਚ ਸ਼ਰਧਾ ਵੱਧ ਰਹੀ ਹੈ। ਭਾਗ ਜਗੇ ਕਹ ਕੌਣ ਸਿਖਾਵਾ। ਤੇ ਕਵੀ ਜੀ ਕਹਿੰਦੇ ਆ ਵੀ ਗੱਲ ਆ ਭਾਗ ਜਾਗਣ ਦੀ। ਜਿਹਨੂੰ ਮਹਾਰਾਜ ਨੇ ਸੇਵਾ ਕਰਾਉਣੀ ਹੈ, ਜਿਹਦੇ ਵੱਡੇ ਭਾਗ ਹੈ, ਜਿਹਦੇ ਮੱਥੇ ਦੇ ਭਾਗ ਜਾਗਣ, ਜਿਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਦੀ ਸੇਵਾ ਬਖਸ਼ਣੀ ਹੋਵੇ, ਕਹਿੰਦੇ ਬਈ ਉਹਨੂੰ ਕੌਣ ਸਿੱਖਿਆ ਦਿੰਦਾ? ਕੋਈ ਨਹੀਂ ਮਤ ਦਿੰਦਾ, ਤੇ ਨਾ ਹੀ ਮਤ ਦਿਆਂ ਕੋਈ ਸੇਵਾ ਕਰਦਾ। ਜਿੰਨਾ ਮਰਜ਼ੀ ਆਖੋ ਭਾਈ ਸੇਵਾ ਕਰੋ, ਸੇਵਾ ਕਰੋ, ਕੋਈ ਨਹੀਂ ਕਰਦਾ ਹੈ। ਸੇਵਾ ਕੌਣ ਕਰਦਾ ਹੈ? ਜਿਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਜਿਹਦੇ ਤੇ ਕਰਨ, ਜਿਹਦੇ ਤੇ ਸੱਚੇ ਪਾਤਸ਼ਾਹ ਜੀ ਮਿਹਰ ਭਰੀ ਦ੍ਰਿਸ਼ਟੀ ਕਰਨ, ਉਹਦਾ ਆਪੇ ਹੀ ਭਾਈ ਉਹਦਾ ਮਨ ਕਰਦਾ ਸੇਵਾ ਕਰਨ ਨੂੰ। ਕਿਸੇ ਦੇ ਆਖਿਆਂ, ਕਿਸੇ ਦੇ ਪ੍ਰੇਰਿਆਂ, ਕਿਸੇ ਨੂੰ ਮਤ ਦਿਆਂ ਸਿਖਾਇਆਂ ਕੋਈ ਸੇਵਾ ਨਹੀਂ ਕਰਦਾ। ਸੇਵਾ ਕਦੋਂ ਕਰਦਾ ਕੋਈ? ਜਦੋਂ ਕਿਸੇ ਦਾ ਮਨ ਬਲ ਵਿੱਚ ਆਉਂਦਾ ਹੈ। ਸੱਚੇ ਪਾਤਸ਼ਾਹ ਜੀ ਜਦੋਂ ਕਿਸੇ ਤੇ ਮਿਹਰ ਭਰੀ ਦ੍ਰਿਸ਼ਟੀ ਕਰਦੇ ਆ। ਕਵੀ ਜੀ ਕਹਿੰਦੇ ਆ ਬ੍ਰਾਹਮਣ ਨੂੰ ਕਿਹਨੇ ਆਖਿਆ ਸੇਵਾ ਕਰ? ਇਹ ਤਾਂ ਵਪਾਰੀ ਹੈ। ਬਠਿੰਡੇ ਮਾਲਵੇ ਚੋਂ ਵਪਾਰ ਵਾਸਤੇ ਅੰਮ੍ਰਿਤਸਰ ਸਾਹਿਬ ਪਹੁੰਚਿਆ, ਬਾਜਰਾ ਵੇਚਣ ਵਾਸਤੇ ਆਇਆ ਹੋਇਆ। ਕਿਸੇ ਨੇ ਆਖਿਆ ਨੂੰ ਵੀ ਜਾ ਕੇ ਉੱਥੇ ਟੋਕਰੀ ਦੀ ਸੇਵਾ ਕਰ। ਪਰ ਕਾਰਨ ਇਹ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਿਹਰ ਹੋਈ ਇਸ ਬ੍ਰਾਹਮਣ ਤੇ। ਕਿਸੇ ਨੇ ਇਹਨੂੰ ਸਿਖਾਇਆ ਵੀ ਭਾਈ ਸੇਵਾ ਕਰ, ਜਾ ਕੇ ਸੇਵਾ ਨਾਲ ਜਨਮ ਸਫਲਾ ਹੁੰਦਾ ਹੈ। ਸਿੱਖਾਂ ਨੂੰ ਵੇਖ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਦਇਆ ਹੋਣ ਕਰਕੇ ਇਹਦੇ ਤੋਂ ਰਿਹਾ ਨਾ ਗਿਆ, ਤੇ ਜਾ ਕਮਰ ਕਸਾ ਕੀਤਾ ਤੇ ਸਰੋਵਰ ਵਿੱਚੋਂ ਮਿੱਟੀ ਕੱਢਣ ਲੱਗਿਆ। ਸਿਰ ਤੇ ਟੋਕਰੀ ਢੋਂਦਾ, ਸਾਰਾ ਦਿਨ ਰਾਤ ਇੱਕ ਰਸ ਲੱਕ ਤੋੜਵੀਂ ਸੇਵਾ ਕਰ ਰਿਹਾ। ਕਿਸੇ ਨਹੀਂ ਸਿਖਾਇਆ ਭਾਈ, ਜਿਹਦੇ ਤੇ ਮਹਾਰਾਜ ਦੀ ਦਇਆ ਹੋਵੇ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਭਾਈ ਸੇਵਾ ਕਰੋ। ਉਹਨਾਂ ਨੂੰ ਨਹੀਂ ਆਖਣਾ ਪੈਂਦਾ ਕਿ ਭਾਈ ਸੇਵਾ ਕਰਨੀ ਚਾਹੀਦੀ ਹੈ, ਸੇਵਾ ਨਾਲ ਜਨਮ ਸਫਲਾ ਹੁੰਦਾ। ਕੋਈ ਨਹੀਂ ਕਿਸੇ ਦੇ ਆਖੇ ਭਾਈ ਕਰਦਾ। ਸੇਵਾ ਤੋਂ ਕਰਦਾ ਜਿਹਦੇ ਤੇ ਦਇਆ ਹੋ ਜਾਵੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ।
ਘਰ ਕੀ ਚਿੰਤਾ ਦਿਨ ਪ੍ਰਤ ਤਿਆਗੇ। ਤੋ ਘਰ ਦੀ ਚਿੰਤਾ ਜਿਹੜੀ ਦਿਨ ਰਾਤ ਹੀ ਖਾਲਸਾ ਜੀ ਛੱਡੀ ਹੋਈ ਹੈ। ਇਸ ਗੰਗਾ ਰਾਮ ਬ੍ਰਾਹਮਣ ਨੂੰ ਘਰ ਹੀ ਭੁੱਲ ਗਿਆ। ਗੁਰੂ ਰਾਮਦਾਸ ਮਹਾਰਾਜ ਦਾ ਘਰ ਇਹੋ ਜਿਹਾ। ਤੋ ਸਾਧ ਸੰਗਤ ਜੀ, ਜਿਹੜੀ ਸੇਵਾ ਹੈ ਇਹ ਤਾਂ ਮਹਾਰਾਜ ਦੀ ਦਇਆ ਹੋਵੇ ਤੇ ਸੇਵਾ ਦਾ ਆਨੰਦ ਵੀ ਆਉਂਦਾ ਹੈ ਤੇ ਸੇਵਾ ਮਿਲਦੀ ਵੀ ਹੈ। ਅੱਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ 11:45 ਮੱਧ ਅੰਮ੍ਰਿਤ ਵੇਲੇ ਜਿਹੜੀ ਹੈ ਉਹ ਆਰੰਭਤਾ ਦੀ ਅਰਦਾਸ ਹੋਈ। ਉਦੋਂ ਵੀ ਇੱਥੇ ਪ੍ਰਸ਼ਾਦਾ ਨਹੀਂ ਆਪਣੇ ਤਿਆਰ ਹੋਇਆ। ਇਹ ਗੱਲ ਇਹ ਦਰਸਾਉਂਦੀ ਹੈ ਕਿ ਸਾਡੇ ਇੰਨੇ ਘਰਾਂ ਵਿੱਚ ਇੱਕ ਪਰਿਵਾਰ ਦੇ ਵਿੱਚ ਵੀ ਸ਼ਰਧਾ ਨਹੀਂ ਜਿਹੜਾ ਇਹ ਗੱਲ ਆਖੇ ਵੀ ਅਸੀਂ ਜਾ ਕੇ ਗੁਰੂ ਕੇ ਘਰ ਦਾ ਲੰਗਰ ਤਿਆਰ ਕਰੀਏ। 11 ਵਜੇ ਇੱਥੇ ਅੰਮ੍ਰਿਤ ਵੇਲੇ ਅਰਦਾਸ ਹੋਈ ਹੈ ਆਰੰਭਤਾ ਦੀ, ਤੇ 11 ਵਜੇ ਵੀ ਸਾਧ ਸੰਗਤ ਜੀ ਪ੍ਰਸ਼ਾਦਾ ਤਿਆਰ ਨਹੀਂ ਸੀ। ਬਾਅਦ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਨੂੰ ਭੋਗ ਲਵਾਇਆ ਗਿਆ। ਇਹ ਗੱਲਾਂ ਦਰਸਾਉਂਦੀਆਂ ਨੇ ਵੀ ਸਾਡੇ ਮਨ ਵਿੱਚ ਕੋਈ ਉਤਸ਼ਾਹ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੁਰਬ ਮਨਾਇਆ ਜਾ ਰਿਹਾ। ਇੱਕ ਪਰਿਵਾਰ ਹੋਵੇ ਨਾ ਖਾਲਸਾ ਜੀ ਨਗਰ ਦੇ ਵਿੱਚ, ਜਿਹੜਾ ਗੁਰੂ ਕੇ ਸਿੱਖੀ ਸਿਧਾਂਤ 'ਤੇ ਚੱਲਣ ਵਾਲਾ, ਸ਼ਰਧਾ ਵਾਲਾ, ਤੇ ਸਾਧ ਸੰਗਤ ਜੀ ਸਾਰਾ ਨਗਰ ਰਜ ਰਜ ਕੇ ਖਾ ਸਕਦਾ। ਇੱਕ ਪਰਿਵਾਰ ਹੀ ਗੁਰੂ ਘਰ ਦੇ ਸਾਰੇ ਪ੍ਰਬੰਧ ਸਾਂਭ ਸਕਦਾ ਹੈ। ਤੋ ਇਹ ਦਰਸਾਉਂਦਾ ਹੈ ਸਾਨੂੰ, ਇਤਿਹਾਸ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਭਾਈ ਜਿਹੜੀ ਸੇਵਾ ਉਹ ਕਿਉਂ ਕੋਈ ਨਹੀਂ ਕਰਦਾ ਹੈ। ਸੇਵਾ ਕਰੂ ਹੀ ਉਹ ਜਿਹਦੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਮਿਹਰ ਦੀ ਦ੍ਰਿਸ਼ਟੀ ਪਵੇ। ਉਹਨਾਂ ਨੂੰ ਨਹੀਂ ਕਹਿਣਾ ਪੈਂਦਾ ਸੇਵਾ ਕਰੋ। ਤੇ ਇਹ ਗੰਗਾ ਰਾਮ ਬ੍ਰਾਹਮਣ ਨੂੰ ਕਿਸੇ ਨੇ ਆਖਿਆ ਸੇਵਾ ਕਰ, ਆਇਆ ਵਪਾਰ ਕਰਨ ਹੈ, ਪਰ ਮਨ ਨੂੰ ਐਡਾ ਚੰਗਾ ਲੱਗਿਆ ਸੇਵਾ ਕਰਕੇ, ਜਿਹੜਾ ਦੌੜ ਦੌੜ ਕੇ ਮਹਾਰਾਜ ਦੇ ਚਰਨਾਂ ਦੀ ਸੇਵਾ ਵਿੱਚ ਲੱਗਿਆ। ਇੰਨੀ ਸੇਵਾ ਕੀਤੀ, ਕਈ ਮਹੀਨੇ ਬੀਤ ਗਏ, ਘਰ ਦਾ ਚੇਤਾ ਹੀ ਨਹੀਂ ਆਇਆ ਹੈ। ਘਰ ਜਾਣ ਦਾ ਕੋਈ ਮਨ ਨਹੀਂ, ਘਰ ਬਾਹਰ ਸਭ ਕੁਝ ਤਿਆਗਿਆ ਹੋਇਆ ਹੈ। ਕਰਹਿ ਪ੍ਰੇਮ ਅਰ ਸੇਵਾ ਲਾਗੇ। ਬਸ ਦਿਨ ਰਾਤ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਹੈ, ਸੇਵਾ ਨਾਲ ਪ੍ਰੇਮ ਹੈ, ਮਨ ਵਿੱਚ ਸ਼ਰਧਾ ਹੈ, ਤੇ ਦਿਨ ਰਾਤ ਸੇਵਾ ਵਿੱਚ ਲੱਗਿਆ ਹੋਇਆ ਹੈ। ਕੇਤਕ ਦਿਨ ਗੁਰ ਨਿਕਟ ਗੁਜਾਰੇ। ਕਈ ਦਿਨ ਕਈ ਮਹੀਨੇ ਗੰਗਾ ਰਾਮ ਬ੍ਰਾਹਮਣ ਨੇ ਮਹਾਰਾਜ ਦੇ ਘਰ ਵਿੱਚ 1-2 ਦਿਨ ਵਾਸਤੇ ਹੀ ਆਇਆ ਸੀ ਅੰਮ੍ਰਿਤਸਰ ਸਾਹਿਬ ਵੀ ਚਲੋ ਬਾਜਰਾ ਵੇਚ ਆਵਾਂ, ਉੱਥੇ ਇਕੱਠਾ ਵਿਕ ਜਾਵੇਗਾ, ਸੰਗਤ ਬਹੁਤ ਹੈ, ਬਾਜਰਾ ਵੇਚ ਕੇ ਆਪਦੇ ਘਰੇ ਆ ਜਾਵਾਂਗਾ ਬੱਚਿਆਂ ਦੇ ਵਿੱਚ। ਪਰ ਇਹ ਸਾਧ ਸੰਗਤ ਜੀ ਦਰ ਹੀ ਇਹੋ ਜਿਹਾ ਕਬੀਰ, ਜਿਹ ਦਰ ਆਵਤ ਜਾਤਿਆ ਉਹ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹ ਘਰ ਇਹੋ ਜਿਹਾ ਜਿਹੜਾ ਸਾਧ ਸੰਗਤ ਜੀ ਆਪਦੇ ਘਰ ਦਾ ਚੇਤਾ ਭੁਲਾ ਦਿੰਦਾ ਹੈ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਦਾ ਇਹ ਵਪਾਰੀ ਬ੍ਰਾਹਮਣ ਜਿਹੜਾ 1-2 ਦਿਨ ਵਾਸਤੇ ਅੰਮ੍ਰਿਤਸਰ ਸਾਹਿਬ ਆਇਆ ਸੀ, ਇੰਨਾ ਰੰਗ ਲੱਗਿਆ, ਘਰ ਜਾਣ ਨੂੰ ਮਨ ਨਹੀਂ ਕੀਤਾ, ਸਭ ਕੁਝ ਤਿਆਗ ਦਿੱਤਾ। ਕਈ ਮਹੀਨੇ ਹੀ ਮਹਾਰਾਜ ਦੇ ਘਰ ਵਿੱਚ ਰਹਿ ਕੇ ਸੇਵਾ ਕਰਦਾ ਹੈ। ਕਰਹਿ ਕਾਰ ਔਰ ਸ਼ਰਧਾ ਤਾਰੇ। ਬੱਦਾ ਚੱਟੀ ਨਹੀਂ, ਫਿਰ ਬੜਾ ਸ਼ਰਧਾ ਰੱਖ ਕੇ ਆਪਦਾ ਕੰਮ ਜਾਣ ਕੇ, ਘਰ ਦਾ ਕਾਰਜ ਜਾਣ ਕੇ ਸੇਵਾ ਕਰਦਾ ਹੈ। ਪੁਨ ਬੈਸਾਖੀ ਕੋ ਬਡ ਮੇਲਾ। ਤੇ ਇੰਨਾ ਕਈ ਮਹੀਨੇ ਲੰਘ ਗਏ ਤੇ ਵਿਸਾਖੀ ਦਾ ਮਹੀਨਾ ਆ ਗਿਆ, ਵਿਸਾਖ ਆ ਗਿਆ। ਤੇ ਵਿਸਾਖ ਦੇ ਮਹੀਨੇ ਵਿੱਚ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਜੋੜ ਮੇਲਾ ਭਰਿਆ। ਵਿਸਾਖੀ ਦਾ ਜੋੜ ਮੇਲਾ ਆਇਆ ਹੈ। ਜਹਾਂ ਦਿਸ਼ ਕੇ ਨਰ ਪਏ ਸਕੇਲਾ। ਤੇ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਵਿੱਚ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਸੰਗਤਾਂ ਅੰਮ੍ਰਿਤਸਰ ਪੁੱਜੀਆਂ ਹਨ। ਅਧਿਕ ਭੀੜ ਸਤਿਗੁਰ ਟਿਗ ਹੋਈ। ਸਤਿਗੁਰਾਂ ਦੇ ਦਰਸ਼ਨ ਕਰਨ ਸੰਗਤਾਂ ਆਈਆਂ। ਸੰਗਤਾਂ ਦਾ ਹੜ੍ਹ ਹੈ, ਤਿਲ ਸੁੱਟਣ ਨੂੰ ਜਗ੍ਹਾ ਨਹੀਂ। 4 ਚੁਫੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਿਵਾਲੇ ਸੰਗਤਾਂ ਹਨ। ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਹੈ। ਤਰਹਿ ਭੇਟੋਂ ਸੰਬੰਧਤ ਸਭ ਕੋਈ। ਲਿਆ ਕੇ ਪ੍ਰੇਮ ਭੇਟਾਵਾਂ, ਮਾਇਆ, ਕੱਪੜਾ, ਹੋਰ ਅੰਨ ਪਦਾਰਥ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਰੱਖਦੀਆਂ ਸੰਗਤਾਂ ਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਹਨ। ਗਰੀਬ ਨਵਾਜ ਨੂੰ ਮੱਥੇ ਟੇਕਦੀਆਂ ਨੇ। ਸੁੰਦਰ ਵਸਤ ਅਨਕ ਪ੍ਰਕਾਰਾ। ਅਨੇਕਾਂ ਪ੍ਰਕਾਰ ਦੀਆਂ ਹੀਰੇ ਜਵਾਹਰਾਤ, ਲੀੜਾ ਕੱਪੜਾ, ਹੋਰ ਬੇਅੰਤ ਮਹਿੰਗੀਆਂ ਬੇਸ਼ਕੀਮਤੀ ਸੁੰਦਰ ਵਸਤੂਆਂ, ਬਸਤਰ, ਕੱਪੜੇ ਮਹਾਰਾਜ ਨੂੰ ਭੇਟ ਹੋ ਰਹੇ ਹਨ। ਕੋ ਆਨਹਿ ਧਨ ਕੀ ਉਪਹਾਰਾ। ਤੇ ਕਈ ਆਪਦੇ ਘਰਾਂ ਚੋਂ 10 ਨੌਹਾਂ ਦੀ ਕਿਰਤ ਦਸਵੰਧ ਕੱਢ ਕੇ ਲੈ ਆਉਂਦੇ ਹਨ। ਜੇ ਤਿਕ ਨਰ ਮੇਲੇ ਪੁਰ ਆਏ। ਜਿੰਨੇ ਵੀ ਜਿਹੜੇ ਆ ਨਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵਿਸਾਖੀ ਦੇ ਮੇਲੇ ਤੇ ਅੰਮ੍ਰਿਤਸਰ ਸਾਹਿਬ ਆਈਆਂ ਹੋਈਆਂ ਹਨ। ਤਰਹਿ ਭਾਉ ਸਰ ਸੇਵ ਕਮਾਏ। ਤੇ ਸਾਰੇ ਇੱਥੇ ਸਰੋਵਰ ਦੀ ਸੇਵਾ ਕਰਦੇ ਵੀ ਆਏ ਜੋੜ ਮੇਲੇ ਤੇ ਵਿਸਾਖੀ ਦੇ ਤੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਫਿਰ ਸਰੋਵਰ ਦੀ ਸੇਵਾ ਕਰਦੇ ਆ। ਕੋਈ ਇੱਟਾਂ ਢੋਂਦਾ, ਟੋਕਰੀਆਂ ਢੋਂਦਾ, ਕੋਈ ਚੂਨਾ ਪੀਂਦਾ ਹੈ, ਕੋਈ ਲੰਗਰਾਂ ਵਿੱਚ ਦਾਲ ਵਰਤਾਉਂਦਾ, ਕੋਈ ਪਕਾਉਣ ਦੀ ਸੇਵਾ ਕਰਦੇ ਆ। ਇਸ ਤਰ੍ਹਾਂ ਸਾਰੀਆਂ ਸੰਗਤਾਂ ਵਿਸਾਖੀ ਦੇ ਦਿਹਾੜੇ ਤੇ
ਬੜੀ ਉਤਸ਼ਾਹ ਨਾਲ ਪ੍ਰੇਮ ਨਾਲ ਸੇਵਾ ਕਮਾਉਂਦੇ ਆ। ਅਨੇਕ ਕਾਮਨਾ ਪੂਰਨ ਹੋਏ। ਤੇ ਫਿਰ ਜਿਹੜੀ ਵੀ ਇੱਛਾ ਮਨ ਵਿੱਚ ਕੋਈ ਰੱਖ ਕੇ ਸੇਵਾ ਕਰਦਾ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ, ਸੱਚੇ ਪਾਤਸ਼ਾਹ ਜੀ ਉਹਦੀ ਉਹੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਗਰੀਬ ਨਵਾਜ ਉਹਦੀ ਹਰ ਇੱਕ ਮਨੋਕਾਮਨਾ ਪੂਰੀ ਕਰਦੇ ਐ। ਨਹੀਂ ਕਰਤ ਹੈ ਮਨ ਮਹਿ ਕੋਏ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਪਿਛਲੀਆਂ ਕਾਮਨਾਵਾਂ ਪੂਰੀਆਂ ਕਰੀ ਜਾਂਦੇ ਐ। ਤੇ ਸਿੱਖ ਹੋਰ ਫੁਰਨੇ ਕਰ ਲੈਂਦੇ, ਮਰਜ ਆਹ ਦੇ ਦਿੱਤਾ ਹੁਣ ਆਹ ਵੀ ਦੇ ਦਿਓ ਸੱਚੇ ਪਾਤਸ਼ਾਹ ਜੀ। ਹੋਰ ਦੀ ਹੋਰ ਅੱਗੇ ਦੀ ਅੱਗੇ ਸਭ ਸੰਗਤਾਂ ਜਿਵੇਂ ਪਿਛਲੀ ਕਾਮਨਾ ਇੱਛਾ ਪੂਰੀ ਹੁੰਦੀ ਹੈ, ਅੱਗੇ ਸਿੱਖ ਹੋਰ ਇੱਛਾ ਕਰ ਲੈਂਦੇ ਐ। ਕਰਹਿ ਮੇਵਰੋ ਸਭ ਅਰਦਾਸ। ਤੇ ਮਹਾਰਾਜ ਦੇ ਅਗਲੇ ਪਾਸੇ ਹਜ਼ੂਰੀ 'ਚ ਅਰਦਾਸੀਆ ਸਿੱਖ ਖੜਾ ਹੋਇਆ ਹੈ। ਤੇ ਜਿਹੜੀਆਂ ਸੰਗਤਾਂ ਆਉਂਦੀਆਂ ਅਰਦਾਸੀਏ ਨੂੰ ਦੱਸਦੇ ਆ ਵੀ ਮਹਾਰਾਜ ਨੂੰ ਸਾਡੀ ਬੇਨਤੀ ਕਰੋ ਭਾਈ। ਅਰਦਾਸੀਆ ਸਿੱਖ ਮਹਾਰਾਜ ਦੇ ਗਾੜੀ ਖੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਕਰਦਾ ਵੀ ਮਹਾਰਾਜ ਫਲਾਣੇ ਨਗਰ ਦੀ ਫਲਾਣੇ ਥਾਂ ਤੋਂ ਆ ਫਲਾਣਾ ਸਿੱਖ ਮਹਾਰਾਜ ਆਇਆ ਹੋਇਆ, ਫਲਾਣਾ ਇਹ ਮਹਾਰਾਜ ਆਹ ਇੱਛਾ ਰੱਖਦਾ ਮਨ ਵਿੱਚ। ਸੱਚੇ ਪਾਤਸ਼ਾਹ ਜੀ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ। ਸਤਿਗੁਰੂ ਕੋਈ ਪੁੱਤ ਮੰਗਦਾ ਹੈ, ਸੱਚੇ ਪਾਤਸ਼ਾਹ ਜੀ ਆਹ ਪਰਿਵਾਰ ਮਹਾਰਾਜ ਤੁਹਾਡੇ ਘਰੋਂ ਸਿੱਖੀ ਸਿਦਕ ਮੰਗਦਾ। ਸਿੱਖ ਅਰਦਾਸਾਂ ਕਰੀ ਜਾਂਦਾ ਤੇ ਸੱਚੇ ਪਾਤਸ਼ਾਹ ਜੀ ਅਰਦਾਸਾਂ ਸਭ ਪੂਰਨ ਕਰੀ ਜਾਂਦੇ ਐ। ਸਕਲ ਨਿਵੇਦਹਿ ਸਿੱਖਿਅਨ ਆਸ। ਹਾਂ, ਸਾਰੀਆਂ ਸਿੱਖਾਂ ਦੀਆਂ ਆਸਾਂ ਮਨਸਾਂ ਅਰਦਾਸਾਂ ਉਹ ਅਰਦਾਸੀਆ ਸਿੱਖ ਮਹਾਰਾਜ ਦੇ ਅੱਗੇ ਪੂਰਦਾ, ਮਹਾਰਾਜ ਦੇ ਅੱਗੇ ਕਰਦਾ ਹੈ। ਸੁਣ ਸਤ ਗੁਰ ਦੇ ਖੁਸ਼ੀ ਵਿਸਾਲ। ਤੇ ਸੁਣ ਕੇ ਮਹਾਰਾਜ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਆ, ਖੁਸ਼ੀਆਂ ਦੇ ਰਹੇ ਹਨ। ਦਰਸ਼ਨ ਪੇਖੋ ਹੋਏ ਨਿਹਾਲ। ਤੇ ਸੰਗਤਾਂ ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਖੁੱਲੇ ਦਰਸ਼ਨ ਦੀਦਾਰ ਕਰ ਕਰਕੇ ਕਿਰਤਾਰਥ ਹੁੰਦੀਆਂ, ਆਨੰਦ ਪ੍ਰਾਪਤ ਕਰਦੀਆਂ ਹਨ। ਮੇਲਾ ਵਿਛੁਰ ਗਇਓ ਪੁਨ ਤਹਾਂ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਵਿਸਾਖੀ ਦਾ ਦਿਨ ਲੰਘਿਆ ਤੇ ਸੰਗਤਾਂ ਫਿਰ ਹੌਲੀ ਹੌਲੀ ਧੀਰੇ ਧੀਰੇ ਜਿਵੇਂ ਜਿਵੇਂ ਘਰਾਂ ਨੂੰ ਮੁੜਨ ਲੱਗੀਆਂ। ਵਿਸਾਖੀ ਦਾ ਜੋੜ ਮੇਲਾ ਨਿਖੜਿਆ ਹੈ। ਗੰਗਾ ਰਾਮ ਪ੍ਰੇਮ ਔਰ ਮਹਾ। ਤੇ ਇਹ ਜਿਹੜਾ ਗੰਗਾ ਰਾਮ ਬ੍ਰਾਹਮਣ ਹੈ, ਵਪਾਰੀ ਆਇਆ ਹੋਇਆ ਅੰਮ੍ਰਿਤਸਰ ਸਾਹਿਬ ਬਾਜਰਾ ਵੇਚਣ ਵਾਸਤੇ, ਇਹ ਘਰੇ ਨਹੀਂ ਗਿਆ। ਵਿਸਾਖੀ ਲੰਘੀ ਤੋਂ ਬਾਅਦ ਵੀ ਇੱਥੇ ਹੀ ਰਿਹਾ ਹੈ। ਮਨ ਵਿੱਚ ਬੜਾ ਇਹਦੇ ਡਾਢਾ ਪ੍ਰੇਮ ਹੈ। ਸਦਨ ਜਾਣ ਨਹਿ ਚਿਤ ਬਨ ਕਰਤਾ। ਇਹਨੂੰ ਚੇਤਾ ਹੀ ਨਹੀਂ ਵੀ ਮੈਂ ਘਰੇ ਵੀ ਜਾਣਾ ਹੈ। 2 ਦਿਨਾਂ ਵਾਸਤੇ ਆਇਆ ਹੋਇਆ ਪਰ ਮਨ ਵਿੱਚ ਕੋਈ ਖਿਆਲ ਨਹੀਂ ਵੀ ਮੈਂ ਆਪਦੇ ਘਰ ਵੀ ਮੁੜਨਾ ਹੈ। ਨਿਜ ਕਲਿਆਣ ਆਸ ਔਰ ਧਰਤਾ। ਬਸ ਇਹਦੇ ਮਨ ਵਿੱਚ ਇਹ ਆਸ ਹੈ ਵੀ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਵੀ ਜਨਮ ਮਰਨ ਦਾ ਬੰਧਨ ਕੱਟ ਦਿਓ। ਕਿੰਨੀਆਂ ਸਿੱਖਾਂ ਦੀਆਂ ਅਰਦਾਸਾਂ ਮਹਾਰਾਜ ਆਪ ਪੂਰੀਆਂ ਕਰ ਦਿਓ। ਸਭ ਦੇ ਮਨ ਦੀ ਜਾਣਨ ਵਾਲੇ ਹੋ। ਗਰੀਬ ਨਵਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ, ਮਹਾਰਾਜ ਮੇਰੇ ਵੀ ਮਨ ਦੀ ਆਸਾ ਮੁਰਾਦ ਪੂਰੀ ਕਰ ਦਿਓ। ਮੈਨੂੰ ਮਹਾਰਾਜ ਕਲਿਆਣ ਬਖਸ਼ੋ, ਮੁਕਤੀ ਦੀ ਦਾਤ ਬਖਸ਼ੋ, ਮਹਾ ਆਨੰਦ ਬਖਸ਼ੋ। ਦੁਬਾਰਾ ਸੰਸਾਰ ਤੇ ਧੱਕੇ ਧੋੜੇ ਨਾ ਖਾਣੇ ਪੈਣ। ਬੈਸਾਖੀ ਕੇ ਤਿਕ ਦਿਨ ਪਾਛੇ। ਤੇ ਇਸ ਤਰ੍ਹਾਂ ਫਿਰ ਸਮਾਂ ਲੰਘਦਾ ਗਿਆ ਤੇ ਵਿਸਾਖੀ ਲੰਘ ਗਈ। ਤੇ ਕਿੰਨੇ ਕੁ ਦਿਨ ਵਿਸਾਖੀ ਤੋਂ ਬਾਅਦ ਵਿੱਚ ਸ਼੍ਰੀ ਅਰਜਨ ਸਿਮਰਨ ਕਰ ਆਛੇ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਣਦੇ ਆ ਵੀ ਬ੍ਰਾਹਮਣ ਨੇ 5 ਦਿਨ ਸੇਵਾ ਕੀਤੀ। ਲੰਗਰ ਵਿੱਚ 100 ਮਣ ਬਾਜਰਾ ਪਾਇਆ ਇਹਨੇ ਆਪਦੇ 10 ਨੋਹਾਂ ਦੀ ਕਿਰਤ ਵਿੱਚੋਂ। ਗਰੀਬ ਨਵਾਜ ਨੂੰ ਕੀ ਭੁੱਲਿਆ? ਗਰੀਬ ਨਵਾਜ ਅੰਤਰਜਾਮੀ ਹਨ, ਸਤਿਗੁਰੂ ਚੰਗੀ ਤਰ੍ਹਾਂ ਜਾਣਦੇ ਹਨ। ਅੰਨ ਪ੍ਰਥਮ ਦੀਨ ਸਦਿਜ ਜਾਹੀ। ਤੇ ਗਰੀਬ ਨਵਾਜ ਨੇ ਨਾ ਕਿਸੇ ਸਿੱਖ ਨੂੰ ਬੁਲਾਇਆ, ਲਾਂਗਰੀ ਨੂੰ ਆਪਦੇ ਕੋਲ ਸੱਦਿਆ ਤੇ ਮਹਾਰਾਜ ਕਹਿੰਦੇ ਆ ਲਾਂਗਰੀ ਨੂੰ, ਭਾਈ ਸਿੱਖਾ ਇੱਥੇ ਜਿਹੜਾ ਬ੍ਰਾਹਮਣ ਆਇਆ ਹੋਇਆ ਹੈ ਕੋਈ ਗੰਗਾ ਰਾਮ ਨਾਮ ਦਾ, ਜਿਹਨੇ ਪਿੱਛੇ 5 ਦਿਨ ਜਿਹੜਾ ਬਾਜਰਾ ਪਾਇਆ ਲੰਗਰ ਵਿੱਚ 100 ਮਣ 500 ਮਣ ਬਾਜਰੇ ਦੀ ਸੇਵਾ ਜਿਸ ਬ੍ਰਾਹਮਣ ਨੇ ਕੀਤੀ ਹੈ। ਆਨਾ ਤਿਹ ਬੁਲਾਏ ਹਮ ਪਾਹੀ। ਜਾਓ ਗੰਗਾ ਰਾਮ ਬ੍ਰਾਹਮਣ ਨੂੰ ਸਾਡੇ ਪਾਸ ਭੇਜ, ਇੱਥੇ ਬੁਲਾ ਕੇ ਲੈ ਕੇ ਆਓ। ਮੇਲੇ ਮਹਿ ਆਇਆ ਧਨ ਜੋਏ। ਤੇ ਮੇਲੇ ਵਿੱਚ ਜਦੋਂ ਫਿਰ ਇਹ ਹੈ ਸਿੱਖ ਗਿਆ ਉਹ ਆਪਦੇ ਸਤਿਗੁਰਾਂ ਦੇ ਹੁਕਮ ਲੈ ਕੇ ਤੇ ਬ੍ਰਾਹਮਣ ਦੇ ਪਾਸ ਪਹੁੰਚਿਆ। ਕਵੀ ਜੀ ਕਹਿੰਦੇ ਜਿੰਨਾ ਮੇਲਾ ਸੀ ਨਾ ਫਿਰ ਵਿਸਾਖੀ ਦਾ, ਉਹਦੇ ਵਿੱਚ ਜਿੰਨੀ ਮਾਇਆ ਮਹਾਰਾਜ ਦੇ ਘਰ ਇਕੱਠੀ ਹੋਈ ਹੈ। ਤਿਸ ਮਹਿ ਤੇ ਦੀ ਜਹ ਪਿਖ ਸੋਏ। ਮਹਾਰਾਜ ਲਾਂਗਰੀ ਨੂੰ ਕਹਿੰਦੇ ਭਾਈ ਜਿੰਨਾ ਉਹਦੇ ਤੋਂ ਅੰਨ ਲਿਆਣਾ ਤੇ ਜਿੰਨੀ ਮਾਇਆ ਆਈ ਹੋਈ ਆ ਵਿਸਾਖੀ ਤੇ ਉਹ ਸਾਰੀ ਦੀ ਸਾਰੀ ਮਾਇਆ ਵੇਖ ਕੇ ਭਾਈ ਉਹ ਗੰਗਾ ਰਾਮ ਬ੍ਰਾਹਮਣ ਨੂੰ ਦੇ ਦਿੱਤੀ ਜਾਵੇ। ਹੁਕਮ ਮਸੰਦਨ ਪਰ ਇਮ ਹੋਵਾ। ਉਹਨੂੰ ਲੱਭੋ ਕਿੱਥੇ ਆ?
ਇਸ ਤਰ੍ਹਾਂ ਮਹਾਰਾਜ ਨੇ ਮਸੰਦ ਨੂੰ ਭੇਜਿਆ ਹੈ। ਸਤਿਗੁਰਾਂ ਦੇ ਮਸੰਦ ਤੇ ਇਹ ਹੁਕਮ ਹੋਇਆ ਵੀ ਗੰਗਾ ਰਾਮ ਬ੍ਰਾਹਮਣ ਨੂੰ ਬੁਲਾਇਆ ਜਾਵੇ। ਸਿੱਖ ਨੇ ਜਾਏ ਸੋ ਦਿਜ ਕੋ ਜੋਬਾ। ਸਿੱਖ ਲੱਭਦਾ ਫਿਰਿਆ ਤੇ ਗੰਗਾ ਰਾਮ ਬ੍ਰਾਹਮਣ ਜਿੱਥੇ ਸਿੱਖ ਨੂੰ ਮਿਲਿਆ ਵੇਖਿਆ ਹੈ। ਕਹਿਓ ਵਿਪਰ ਤੁਮ ਉਠ ਚੱਲ ਸਾਥ। ਸਿੱਖ ਨੇ ਆਖਿਆ, ਇਹ ਗੰਗਾ ਰਾਮ ਜੀ ਚਲੋ, ਤੁਹਾਨੂੰ ਸਤਿਗੁਰੂ ਬੁਲਾਉਂਦੇ ਐ, ਸਾਡੇ ਨਾਲ ਜਾਣਾ ਕਰੋ ਜੀ। ਸਿਮਰਤ ਹੈ ਅਬ ਸ਼੍ਰੀ ਗੁਰਨਾਥ। ਤੁਹਾਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਨੇ ਸਵਾਮੀ ਨੇ ਬੁਲਾਇਆ ਹੈ। ਕਿਆ ਮੁਝ ਕਹਿ ਵਿਚਾਰਤ ਮਨ ਮੈਂ। ਤੇ ਇਹ ਵਿਚਾਰਾ ਸਿੱਖ ਦੇ ਨਾਲ ਤੁਰਿਆ, ਮਨ ਵਿੱਚ ਵਿਚਾਰ ਕਰਦਾ ਵੀ ਹੁਣ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਮੈਨੂੰ ਯਾਦ ਕੀਤਾ, ਖਰੇ ਸਤਿਗੁਰਾਂ ਕੀ ਕਹਿਣਾ ਹੋਵੇ। ਡਰਦਾ ਹੈ, ਮਨ ਵਿੱਚ ਵਿਚਾਰ ਕਰਦਾ ਜਾਂਦਾ ਹੈ। ਸਿੱਖ ਕੇ ਸੰਗ ਆਏ ਤਿਸ ਛਿਨ ਮੈਂ। ਤੇ ਉਸ ਛਿਣ ਫਿਰ ਸਤਿਗੁਰਾਂ ਦੇ ਪਾਸ ਇਹ ਮਸੰਦ ਸਿੱਖ ਦੇ ਨਾਲ ਬ੍ਰਾਹਮਣ ਆਣ ਪਹੁੰਚਿਆ ਹੈ। ਬੰਧਨ ਕਰ ਬੈਠਿਓ ਅਗਵਾਈ। ਸਤਿਗੁਰਾਂ ਨੂੰ ਮੱਥਾ ਟੇਕਿਆ, ਗਰੀਬ ਨਵਾਜ ਦੇ ਦਰਸ਼ਨ ਕੀਤੇ, ਹਜ਼ੂਰ ਦੇ ਅੱਗੇ ਬੈਠ ਗਿਆ ਚਰਨਾਂ ਵਿੱਚ। ਜਿਸ ਕੇ ਪ੍ਰੇਮ ਵਧਿਓ ਅਧਿਕਾਈ। ਜਿਸ ਗੰਗਾ ਰਾਮ ਬ੍ਰਾਹਮਣ ਦੇ ਹਿਰਦੇ ਵਿੱਚ ਮਹਾਰਾਜ ਦੇ ਚਰਨਾਂ ਦਾ ਸ਼ਰਧਾ ਪ੍ਰੇਮ ਭਰੋਸਾ ਸਿੱਖੀ ਸਿਦਕ ਬੜਾ ਵਧਿਆ ਹੈ। ਸੇਵਾ ਮਹਿ ਨਿਸ ਦਿਨ ਅਨੁਰਾਗਾ। ਇਹ ਉਹ ਬ੍ਰਾਹਮਣ ਗੰਗਾ ਰਾਮ ਜਿਹੜਾ ਵਪਾਰ ਕਰਨ ਆਇਆ ਹੈ, ਪਰ ਅੱਜ ਇਹਦਾ ਮਨ ਹੈ ਦਿਨ ਰਾਤ ਸੇਵਾ ਦੇ ਵਿੱਚ ਰੰਗਿਆ ਹੋਇਆ ਹੈ। ਅਪਰ ਮਨੋਰਥ ਸਗਰੋ ਤਿਆਗਾ। ਤੇ ਜਿਹੜਾ ਇਹਦਾ ਮਨੋਰਥ ਹੈ ਮਨ ਦਾ, ਹੋਰ ਇਹਨੇ ਸਾਰੇ ਹੀ ਛੱਡੇ, ਵੀ ਕੋਈ ਮਨ ਵਿੱਚ ਹੋਰ ਇਹਦੇ ਫੁਰਨਾ ਨਹੀਂ ਵੀ ਮਹਾਰਾਜ ਤੋਂ ਮੈਂ ਆਹ ਲੈ ਲਵਾਂ, ਆਹ ਸੰਸਾਰੀ ਵਸਤੂਆਂ ਲੈ ਲਵਾਂ। ਇਹਦੇ ਮਨ ਵਿੱਚ ਕੋਈ ਵੀ ਜਿਹੜਾ ਹੈ ਉਹ ਇਹਦੇ ਮਨ ਵਿੱਚ ਫੁਰਨਾ ਨਹੀਂ ਹੋਰ। ਤੇ ਇਸ ਤਰ੍ਹਾਂ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ। ਸਮਾਂ ਹੋਇਆ, ਕੁਝ ਪ੍ਰਸੰਗ ਜਿਹੜਾ ਰਹਿੰਦਾ ਇਹਦਾ ਗੰਗਾ ਰਾਮ ਬ੍ਰਾਹਮਣ ਦੇ ਪ੍ਰਥਾਏ ਕੱਲ੍ਹ ਵਿਚਾਰਾਂਗੇ ਵੀ ਮਹਾਰਾਜ ਤੋਂ ਫਿਰ ਇਹਨੇ ਮਾਇਆ ਲਈ ਕਿ ਨਾ ਲਈ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਬ੍ਰਾਹਮਣ ਦੱਸੋ ਕਿੰਨੀ ਮਾਇਆ ਬਣਦੀ, 500 ਮਣ ਬਾਜਰੇ ਦੀ ਲਓ। ਤੇ ਕਿੱਥੇ ਸਾਧ ਸੰਗਤ ਜੀ ਵਪਾਰ ਕਰਨ ਆਇਆ ਤੇ ਗੁਰੂ ਕਈ ਬਣ ਕੇ ਰਹਿ ਗਿਆ ਕਿ ਨਹੀਂ ਮਹਾਰਾਜ ਹੁਣ ਕੁਝ ਨਹੀਂ ਲੈਣਾ, ਹੁਣ ਜੇ ਦੇਣਾ ਨੇ ਸੱਚੇ ਪਾਤਸ਼ਾਹ ਦੇਹ ਨਾਮ ਸੰਤੋਖੀ ਉਤਰੈ ਮਨ ਕੀ ਭੁੱਖ। ਇਹ ਦਾਤ ਬਖਸ਼ੋ ਮਹਾਰਾਜ ਵੀ ਹੁਣ ਤੁਹਾਡੇ ਹੀ ਬਣ ਕੇ ਰਹਿ ਜਾਈਏ ਸੱਚੇ ਪਾਤਸ਼ਾਹ। ਜੇ ਕੁਝ ਦੇਣਾ ਤੇ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ, ਆਪਦੇ ਬਣਾ ਲਓ ਸੱਚੇ ਪਾਤਸ਼ਾਹ ਜੀ। ਇਸ ਤਰ੍ਹਾਂ ਦੇ ਇਹਨੇ ਬਚਨ ਮਹਾਰਾਜ ਨੂੰ ਆਖੇ, ਦਿਆਲੂ ਕਿਰਪਾਲੂ ਨੂੰ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਬੇਅੰਤ ਦਾਤਾਂ ਵਰਦਾਨ ਇਸ ਗੰਗਾ ਰਾਮ ਨੂੰ ਬਖਸ਼ਿਸ਼ ਕੀਤੇ। ਇਹ ਪਾਵਨ ਪਵਿੱਤਰ ਪ੍ਰਸੰਗ ਕੁਝ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਪਾਈ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਾਰੀ ਸੰਗਤ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਗਰੀਬ ਨਵਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਆਗਮਨ ਪੁਰਬ, ਜਿੱਥੇ ਸਾਧ ਸੰਗਤ ਜੀ ਸਾਰੇ ਸੰਸਾਰ ਅੰਦਰ ਇਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੇ ਜਹ ਤਹ ਭਏ ਸਹਾਏ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਤੀਰਥ ਰੋਆ। ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਤੋ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਪਾਵਨ ਪਵਿੱਤਰ ਦਿਹਾੜਾ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਪੁਰਬਾਂ ਨੂੰ ਨਿਮਿਤ ਅਖੰਡ ਪਾਠ ਸਾਹਿਬ ਚੱਲ ਰਹੇ ਗੁਰੂ ਦਰਬਾਰਾਂ ਅੰਦਰ ਭਾਈ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰੋਂ ਕਰੋ ਖੁਸ਼ੀਆਂ, ਆਨੰਦ ਦੀ ਪ੍ਰਾਪਤੀ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਬੰਧਨ ਕਰ ਬੈਠਿਓ ਅਗਵਾਈ ਜਿਸ ਕੇ ਪ੍ਰੇਮ ਵਧਿਓ ਅਧਿਕਾਈ। ਸੇਵਾ ਮਹਿ ਨਿਸ ਦਿਨ ਅਨੁਰਾਗਾ ਅਪਰ ਮਨੋਰਥ ਸਗਰੋ ਤਿਆਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।